ਭਾਰਤ ਜੋੜੋ ਯਾਤਰਾ ਪਿਛਲੇ ਤਕਰੀਬਨ 7 ਦਿਨਾਂ ਤੋਂ ਪੰਜਾਬ ਦੇ ਵਿੱਚ ਹੀ ਚੱਲ ਰਹੀ ਹੈ ਔਰ ਅੱਜ ਦੇ ਮੁੱਦੇ ਦੇ ਵਿੱਚ ਵੀ ਯਾਨੀ ਅੱਜ ਦਾ ਮੁੱਦਾ ਜਿਹੜਾ ਪ੍ਰੋਗਰਾਮ ਹੈ ਉਸ 'ਚ ਵੀ ਅਸੀਂ ਭਾਰਤ ਜੋੜੋ ਯਾਤਰਾ ਨੂੰ ਹੀ ਸ਼ਾਮਲ ਕੀਤਾ ਹੈ ਕਿਉਂਕਿ ਐਤਵਾਰ ਤੋਂ ਲੈ ਕੇ ਅੱਜ ਤੱਕ ਯਾਨੀ ਮੰਗਲਵਾਰ ਤੱਕ ਭਾਰਤ ਜੋੜੋ ਯਾਤਰਾ 'ਚ ਬਹੁਤ ਕੁਝ ਹੋਇਆ ਔਰ ਜਿਨ੍ਹਾਂ ਦਾ ਜ਼ਿਕਰ ਕਰਨਾ ਇਸ ਮੁੱਦਾ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਕਿ ਜ਼ਰੂਰੀ ਹੈ। ਇਸ ਕਰਕੇ ਅਸੀਂ ਇਸ ਮੁੱਦੇ ਨੂੰ ਇੱਕ ਵਾਰ ਫਿਰ ਤੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ ਤੇ ਮੇਰੇ ਨਾਲ ਨੇ ਤਜਿੰਦਰ ਸਿੰਘ ਅਟਵਾਲ ਮੇਰੇ ਸਹਿਯੋਗੀ ਨੇ ਔਰ ਸਿਆਸੀ ਮਾਮਲਿਆਂ ਦੇ ਜਾਣਕਾਰ ਵੀ ਨੇ ਮੇਰੇ ਸਹਿਯੋਗੀ ਵੀ ਨੇ ਤੇ ਅਸੀਂ ਇਸ ਮਾਮਲੇ ਨੂੰ ਲੈ ਕੇ ਅੱਜ ਚਰਚਾ ਕਰਾਂਗੇ। ਜੋ ਕੁਝ ਇਸ ਯਾਤਰਾ ਦੇ ਬਾਰੇ ਇਹਨਾਂ 2 ਦਿਨਾਂ ਦੇ ਵਿੱਚ ਹੋਈ ਘਟਨਾਵਾਂ ਤੇ ਬੋਲਣਾ ਚਾਹੁੰਦੇ ਨੇ ਜਾਂ ਦੱਸਣਾ ਚਾਹੁੰਦੇ ਨੇ ਜਾਂ ਜੋ ਮਹਿਸੂਸ ਕਰਦੇ ਨੇ ਉਹ ਬੋਲਣਗੇ ਔਰ ਜੋ ਮੈਨੂੰ ਲੱਗਦਾ ਹੈ ਕਿ ਇਸ ਯਾਤਰਾ ਦੇ ਬਾਰੇ ਦੱਸਣਾ ਚਾਹੀਦਾ ਹੈ ਉਹ ਮੈਂ ਦੱਸੂਗਾ। ਤਜਿੰਦਰ ਜੀ ਤੁਹਾਡਾ ਸਵਾਗਤ ਹੈ ਇੱਕ ਵਾਰੀ ਫੇਰ। ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹੈਗੇ ਜੀ। ਤਾਂ ਜੇ ਤੁਸੀਂ ਸਾਡਾ ਚੈਨਲ ਹਾਲੇ ਤੱਕ ਲਾਈਕ ਔਰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਜ਼ਰੂਰ ਕਰਨ ਤਾਂ ਇਸ ਤਰ੍ਹਾਂ ਦੇ ਵੱਖਰੇ ਮੁੱਦੇ ਦੇਖਣ ਵਾਸਤੇ ਸਾਡੇ ਪ੍ਰੋਗਰਾਮ ਨਾਲ ਜੁੜੇ ਰਹਿਣ। ਤਾਂ ਅੱਜ ਦਾ ਜਿਹੜਾ ਸਾਡਾ ਮੁੱਦਾ ਦਾ ਚਰਚਾ ਹੈਗਾ ਭਾਰਤ ਜੋੜੋ ਯਾਤਰਾ ਹੈਗਾ ਜਿਹੜਾ ਰਾਹੁਲ ਗਾਂਧੀ ਨਾਲ ਜੁੜਿਆ ਹੈ। ਤਾਂ ਅਸੀਂ ਦੱਸਣਾ ਚਾਹਾਂਗੇ ਆਪਣੇ ਦਰਸ਼ਕਾਂ ਨੂੰ ਕਿ ਯਾਤਰਾ ਸ਼ੁਰੂ ਕੀਤੀ ਗਈ ਸੀ 7 ਸਤੰਬਰ। ਤਾਂ ਯਾਤਰਾ ਕਦੋਂ ਸ਼ੁਰੂ ਹੋਈ ਔਰ ਕਦੋਂ ਹੁਣ ਖਤਮ ਹੋਣ ਲੱਗੀ ਹੈ ਪਤਾ ਵੀ ਨਹੀਂ ਚੱਲਾ, ਇੰਨਾ ਸਮਾਂ ਇਹਨਾਂ ਦਾ ਨਿਕਲ ਚੁੱਕਿਆ ਹੈਗਾ। ਔਰ ਇਹ ਯਾਤਰਾ ਕੋਈ ਛੋਟੀ ਮੋਟੀ ਯਾਤਰਾ ਨਹੀਂ ਸੀ, 12 ਰਾਜਾਂ 'ਚ ਇਹ ਯਾਤਰਾ ਇਹਨਾਂ ਨੇ ਕਰਨੀ ਸੀ, ਉਹ 'ਚ 10 ਰਾਜੇ ਪੰਜਾਬ ਨੂੰ ਮਿਲਾ ਕੇ ਹੋ ਚੁੱਕੇ ਹੈ। ਤਾਂ ਕੱਲ 11ਵਾਂ ਰਾਜ ਹੋਊਗਾ ਹਿਮਾਚਲ, ਉਹ 'ਚ 1 ਦਿਨ ਦੀ ਇਹਨਾਂ ਦੀ ਐਂਟਰੀ ਹੋਣੀ ਹੈ। ਤਾਂ ਉਹਦੇ ਬਾਅਦ ਜਿਹੜਾ ਆਖਰੀ ਰਾਜ ਹੈਗਾ ਉਹ ਫਿਰ ਜੰਮੂ ਐਂਡ ਕਸ਼ਮੀਰ ਹੈਗਾ ਜਿਹੜਾ ਇਹਨਾਂ ਨੇ ਪਠਾਨਕੋਟ ਤੋਂ ਅੱਗੇ ਜੰਮੂ ਤੋਂ ਅੱਗੇ ਸ਼੍ਰੀਨਗਰ ਦੀ ਯਾਤਰਾ ਕਰਨੀ ਹੈ। ਤਾਂ 30 ਜਨਵਰੀ ਨੂੰ ਇਹ ਯਾਤਰਾ ਖਤਮ ਹੋ ਜਾਣੀ ਆ। ਤਾਂ ਫਿਲਹਾਲ ਇਹ ਯਾਤਰਾ ਪੰਜਾਬ ਦੇ ਅੰਦਰ ਰੁਕੀ ਹੋਈ ਆ। ਤਾਂ ਪੰਜਾਬ 'ਚ ਇਸ ਟਾਈਮ ਜੇ ਆਪਾਂ ਗੱਲ ਕਰੀਏ ਤਾਂ ਕਾਫੀ ਸਰਦ ਮਾਹੌਲ ਹੈ, ਟੈਂਪਰੇਚਰ 4 ਡਿਗਰੀ 2 ਡਿਗਰੀ ਕਾਫੀ ਸ਼ੀਤ ਲਹਿਰ ਚੱਲ ਰਿਹਾ। ਬਟ ਜਿਹੜੀ ਇਹ ਰਾਹੁਲ ਗਾਂਧੀ ਦੀ ਯਾਤਰਾ ਹੈਗਾ ਇਸ ਯਾਤਰਾ ਨੇ ਇੱਥੇ ਪੰਜਾਬ 'ਚ ਗਰਮੀ ਪੈਦਾ ਕਰ ਦਿੱਤੀ ਹੈਗੀ ਹੈ। ਜਿਹੜੀ ਆਪਾਂ ਪਿੱਛੇ ਦੇਖ ਰਹੇ ਸੀ ਜਿਹੜੀ ਯਾਤਰਾ ਚੱਲ ਰਹੀ ਸੀ ਬੜੇ ਆਰਾਮ ਨਾਲ ਚੱਲ ਰਹੀ ਸੀ, ਇੰਨਾ ਗਰਮੀ ਵਾਲਾ ਮਾਹੌਲ ਨਹੀਂ ਸੀਗਾ। ਬਟ ਇੱਥੇ ਪੰਜਾਬ 'ਚ ਆ ਕੇ ਉਹ ਗਰਮੀ ਇਹਨਾਂ ਨੇ ਪੈਦਾ ਕਰਤੀ ਹੈਗੀ ਆ ਔਰ ਉਹ ਵੀ ਸੈਂਟਰ ਗੌਰਮੈਂਟ ਦੇ ਨਾਲ, ਪੰਜਾਬ ਸਰਕਾਰ ਦੇ ਨਾਲ। ਤਾਂ ਹੋਰ ਵੀ ਕਈ ਘਟਨਾਵਾਂ ਹੋਈਆਂ ਜਿਸ ਵਿਸ਼ੇ ਵਿੱਚ ਅਸੀਂ ਅੱਜ ਇਸ 'ਤੇ ਚਰਚਾ ਕਰਾਂਗੇ। ਇਸ ਯਾਤਰਾ ਦੇ ਵਿੱਚ ਅੱਜ ਪਹਿਲੀ ਵਾਰੀ ਜਿਹੜਾ ਆ ਉਹ ਵਰੁਣ ਗਾਂਧੀ ਦਾ ਜ਼ਿਕਰ ਹੋਇਆ। ਵਰੁਣ ਗਾਂਧੀ ਰਾਹੁਲ ਗਾਂਧੀ ਦੇ ਚਚੇਰੇ ਭਰਾ ਵੀ ਨੇ ਤੇ ਲੇਕਿਨ ਉਹ ਬੀਜੇਪੀ 'ਚ ਨੇ ਔਰ ਬੀਜੇਪੀ ਦੇ ਹੀ ਸਾਂਸਦ ਨੇ ਤੇ ਲੇਕਿਨ ਅੱਜ ਉਹਨਾਂ ਨੇ ਪਹਿਲੀ ਵਾਰੀ ਇਸ ਯਾਤਰਾ ਦੌਰਾਨ ਜ਼ਿਕਰ ਕੀਤਾ ਹੈ ਕਿ ਵਰੁਣ ਗਾਂਧੀ ਦਾ ਸਵਾਗਤ ਹੈ। ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਜੇ ਉਹ ਸਾਡੇ ਨਾਲ ਜੁੜਨਾ ਚਾਹੁੰਦੇ ਤਾਂ ਆਉਣ, ਲੇਕਿਨ ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਉਹ ਸਾਡੇ ਨਾਲ ਕਦੀ ਮੈਚ ਨਹੀਂ ਕਰ ਸਕਦੀ। ਵਿਚਾਰਧਾਰਾ ਸਾਡੀ ਜਿਹੜੀ ਹੈ ਉਹ ਬਿਲਕੁਲ ਵੱਖਰੀ ਹੈ ਔਰ ਉਹਨਾਂ ਨੂੰ ਜੇ ਆਉਣਾ ਹੈ ਤਾਂ ਉਸ ਵਿਚਾਰਧਾਰਾ ਨੂੰ ਛੱਡ ਕੇ ਆਉਣਾ ਪੈਣਾ। ਮੈਂ ਤੁਹਾਨੂੰ ਦੱਸ ਦਿੰਦਾ ਕਿ ਵਰੁਣ ਗਾਂਧੀ ਜਿਹੜੇ ਹੈਗੇ ਆ ਉਹ ਭਾਜਪਾ ਤੋਂ MP ਵੀ ਨੇ ਤੇ ਜਿਹੜੇ ਰਾਹੁਲ ਗਾਂਧੀ ਹੈ ਇਹਨਾਂ ਦੇ ਸੰਜੇ ਗਾਂਧੀ ਇਹਨਾਂ ਦੇ ਚਾਚਾ ਸੀਗੇ, ਉਹਨਾਂ ਦੇ ਬੇਟੇ ਨੇ ਤੇ ਮੇਨਕਾ ਗਾਂਧੀ ਦੇ ਪੁੱਤਰ ਨੇ, ਯਾਨੀ ਸੰਜੇ ਗਾਂਧੀ ਤੇ ਮੇਨਕਾ ਗਾਂਧੀ ਦੇ ਪੁੱਤਰ ਨੇ ਤੇ ਉਹ BJP 'ਚ ਨੇ। ਅੱਜ ਰਾਹੁਲ ਗਾਂਧੀ ਨੇ ਇਹਦਾ ਜ਼ਿਕਰ ਕੀਤਾ ਸੀਗਾ। ਅੱਜ ਦਾ ਇੱਕ ਹੋਰ ਬੜੀ ਜਿਹੜੀ ਗੱਲ ਹੈਗੀ ਚਰਚਾ ਦੀ ਉਹ ਇਹ ਹੈ ਕਿ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਚੂਕ ਦੀ ਗੱਲ ਹੋ ਰਹੀ ਹੈ। ਕਹਿੰਦੇ ਕਿ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵਿੱਚ ਚੂਕ ਹੋਈ ਹੈ ਕਿਉਂਕਿ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਇਸ ਵੇਲੇ ਯਾਤਰਾ ਹੈਗੀ ਹੈ। ਰਾਹੁਲ ਗਾਂਧੀ ਪਿਛਲੇ ਦਿਨੀ ਇਸ ਤੋਂ ਪਹਿਲਾਂ ਜਲੰਧਰ ਦੇ ਵਿੱਚ ਸੀਗੇ ਤਾਂ ਜਲੰਧਰ ਦੇ ਵਿੱਚ ਉਹਨਾਂ ਨੇ ਜਲੰਧਰ ਦੇ ਵਿੱਚ ਵੀ ਬੜੀ ਗਹਿਮਾ ਗਹਿਮੀ ਰਹੀ ਹੈ ਕਿਉਂਕਿ ਚੌਧਰੀ ਸੰਤੋਖ ਸਿੰਘ ਦਾ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ ਸੀਗਾ ਇਸੇ ਯਾਤਰਾ ਦੌਰਾਨ ਔਰ ਉਹ ਬੜੇ ਵੱਡੇ ਲੀਡਰ ਸੀਗੇ ਕਾਂਗਰਸ ਦੇ ਤੇ ਉਹਨਾਂ ਦਾ ਜਿਹੜਾ ਦੇਹਾਂਤ ਹੋਣ ਤੋਂ ਬਾਅਦ ਯਾਤਰਾ ਦੇ ਵਿੱਚ ਮਾਹੌਲ ਜਿਹੜਾ ਕਾਫੀ ਗਮਗੀਨ ਬਣ ਗਿਆ ਸੀਗਾ ਤੇ ਰਾਹੁਲ ਗਾਂਧੀ ਨੇ ਯਾਤਰਾ ਵੀ ਉਹਨਾਂ ਦੇ ਦੇਹਾਂਤ ਤੋਂ ਤੁਰੰਤ ਬਾਅਦ ਹੀ ਰੋਕ ਦਿੱਤੀ ਸੀ ਔਰ ਉਹਨਾਂ ਦਾ ਅੰਤਿਮ ਸੰਸਕਾਰ ਹੋਣ ਤੱਕ ਰਾਹੁਲ ਗਾਂਧੀ ਉਹਨਾਂ ਦੇ ਘਰ ਵੀ ਗਏ, ਉਹਨਾਂ ਦੇ ਘਰਦਿਆਂ ਨੂੰ ਮਿਲੇ ਔਰ ਉਹਨਾਂ ਨੂੰ ਹੌਸਲਾ ਦਿੱਤਾ। ਅੰਤਿਮ ਯਾਤਰਾ 'ਚ ਵੀ ਉਹਨਾਂ ਦੇ ਸ਼ਾਮਲ ਹੋਏ, ਅੰਤਿਮ ਸੰਸਕਾਰ 'ਚ ਵੀ ਸ਼ਾਮਲ ਹੋਏ ਤੇ ਅੱਜ ਫੇਰ ਜਿਹੜੀ ਕੱਲ੍ਹ ਤੋਂ ਉਹ ਯਾਤਰਾ ਜਿਹੜੀ ਹੈ ਉਹ ਸ਼ੁਰੂ ਹੋਈ ਹੈ। ਜਿਹੜੀ ਚੂਕ ਦੀ ਗੱਲ ਹੋਈ ਹੈ, ਚੂਕ ਦੀ ਗੱਲ ਇਹ ਹੈ ਕਿ ਅੱਜ ਸਵੇਰੇ ਤਕਰੀਬਨ 8 ਵਜੇ ਰਾਹੁਲ ਗਾਂਧੀ ਆਪਣੀ ਯਾਤਰਾ ਜਦੋਂ ਉਹਨਾਂ ਦੀ ਯਾਤਰਾ ਜਿਹੜੀ ਹੈਗੀ ਹੈ ਪਠਾਨਕੋਟ ਰੋਡ 'ਤੇ ਸੀਗੀ ਤੇ ਉਦੋਂ ਇੱਕ ਲੜਕਾ ਸੀਗਾ ਕੋਈ ਨੌਜਵਾਨ, ਉਹ ਯਾਤਰਾ ਦੇ ਵਿੱਚ ਅਚਾਨਕ ਵੜਿਆ ਔਰ ਰਾਹੁਲ ਗਾਂਧੀ ਨੂੰ ਉਹਨੇ ਗਲੇ ਲਾ ਲਿਆ, ਜਫਾ ਜਾ ਪਾ ਲਿਆ ਰਾਹੁਲ ਗਾਂਧੀ ਨੂੰ। ਅਫਰਾ ਤਫਰੀ ਮਚ ਗਈ। ਜ਼ਾਹਿਰ ਹੈ ਕਿ ਵੀ ਰਾਹੁਲ ਗਾਂਧੀ ਦੀ 3 ਲੇਅਰ ਸੁਰੱਖਿਆ ਹੈਗੀ, ਜੇ 3 ਲੇਅਰ ਸੁਰੱਖਿਆ ਨੂੰ ਵੀ ਕੋਈ ਤੋੜ ਕੇ
ਅੰਦਰ ਆ ਜਾਂਦਾ ਤੇ ਜ਼ਾਹਿਰ ਹੈ ਕਿ ਸੁਰੱਖਿਆ ਕਰਮੀਆਂ ਦੇ ਵਿੱਚ ਤੇ ਸਵਾਲ ਚੁੱਕੇ ਜਾਣਗੇ ਔਰ ਸੁਰੱਖਿਆ ਕਰਮੀ ਜਿਹੜੇ ਹੈਗੇ ਆ ਉਹਨਾਂ ਨੂੰ ਉਸ ਨੂੰ ਖਿੱਚਣ ਦੀ ਕੋਸ਼ਿਸ਼ ਵੀ ਕੀਤੀ, ਲੇਕਿਨ ਰਾਹੁਲ ਗਾਂਧੀ ਨੂੰ ਫਿਲਹਾਲ ਉਹ ਜੱਫੀ ਪਾ ਚੁੱਕਿਆ ਸੀਗਾ। ਇਸ ਦੌਰਾਨ ਹੀ ਜਿਹੜਾ ਰਾਜਾ ਵੜਿੰਗ ਹੈਗੇ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਹੈਗੇ, ਉਹਨਾਂ ਨੇ ਉਸ ਲੜਕੇ ਨੂੰ ਖਿੱਚ ਕੇ ਥੋੜ੍ਹਾ ਦੂਰ ਕੀਤਾ, ਪਾਸੇ ਕੀਤਾ। ਤੇ ਹਾਲਾਂਕਿ ਰਾਹੁਲ ਗਾਂਧੀ ਨੇ ਇਹ ਸੁਰੱਖਿਆ 'ਚ ਚੂਕ ਨਹੀਂ ਦੱਸੀ, ਉਹਨੇ ਕਿਹਾ ਕਿ ਇਹ ਸੁਰੱਖਿਆ 'ਚ ਚੂਕ ਨਹੀਂ ਹੈਗੀ। ਯਾਤਰਾ ਨੂੰ ਲੈ ਕੇ ਲੋਕਾਂ 'ਚ ਇੰਨਾ ਉਤਸ਼ਾਹ ਹੈ ਕਿ ਉਹ ਆਪਣੇ ਆਪ ਨੂੰ ਰੋਕ ਹੀ ਨਹੀਂ ਪਾ ਰਹੇ ਹੈ। ਇਹ ਰਾਹੁਲ ਦਾ ਕਹਿਣਾ, ਰਾਹੁਲ ਦਾ ਤਰਕ ਹੈ ਮਤਲਬ ਇਹ ਕਿ ਉਹ ਲੋਕੀ ਰੋਕ ਨਹੀਂ ਪਾ ਰਹੇ ਆਪਣੇ ਆਪ ਨੂੰ, ਔਰ ਇਸ ਕਰਕੇ ਉਹ ਨੌਜਵਾਨ ਜੋਸ਼ ਦੇ ਵਿੱਚ ਆਇਆ। ਉਹਦਾ ਕੋਈ ਹੋਰ ਮਕਸਦ ਨਹੀਂ ਸੀ, ਸਿਰਫ ਜੋਸ਼ ਦੇ ਵਿੱਚ ਆਇਆ ਤੇ ਉਹ ਰਾਹੁਲ ਗਾਂਧੀ ਦੇ ਗਲੇ ਲੱਗ ਗਿਆ। ਐਕਚੁਅਲੀ ਰਾਹੁਲ ਗਾਂਧੀ ਬਹੁਤ ਵੱਡਾ ਨਾਮ ਹੈ, ਹਰ ਬੰਦਾ ਚਾਹੁੰਦਾ ਚਾਹੇ ਉਹ ਕਾਂਗਰਸੀ ਹੈਗਾ ਚਾਹੇ ਨਹੀਂ ਹੈਗਾ, ਲੇਕਿਨ ਰਾਹੁਲ ਗਾਂਧੀ ਇੱਕ ਐਸੀ ਫਿਗਰ ਹੈ, ਐਸਾ ਚਿਹਰਾ ਹੈਗਾ ਕਿ ਜਿਸ ਨੂੰ ਦੇਖਣ ਜਾਂ ਮਿਲਣ ਵਾਸਤੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਬੰਦਾ ਹੈ, ਉਹ ਹਾਂ ਕਿਸੇ ਪਾਰਟੀ ਦਾ ਜਿੱਦਾਂ ਕੋਈ ਵੱਡਾ ਲੀਡਰ ਹੈ ਉਹਦੀ ਮਜਬੂਰੀ ਹੈ ਕਿ ਉਹ ਰਾਹੁਲ ਗਾਂਧੀ ਨੂੰ ਕਿਸੇ ਦੂਜੀ ਪਾਰਟੀ ਦਾ, ਜੇ ਕਾਂਗਰਸ ਦਾ ਨਹੀਂ ਹੈ ਕਿਸੇ ਦੂਜੀ ਪਾਰਟੀ ਦਾ, ਉਹਦੀ ਮਜਬੂਰੀ ਹੈ ਕਿ ਉਹ ਰਾਹੁਲ ਗਾਂਧੀ ਨੂੰ ਨਹੀਂ ਮਿਲ ਸਕਦਾ ਜਾਂ ਰਾਹੁਲ ਗਾਂਧੀ ਦੀ ਵਡਿਆਈ ਨਹੀਂ ਕਰ ਸਕਦਾ। ਲੇਕਿਨ ਆਮ ਜਿਹੜੀ ਯੂਥ ਹੈ, ਯੂਥ ਲੜਕੀਆਂ ਆ, ਔਰਤਾਂ ਨੇ ਔਰ ਨੌਜਵਾਨ ਪੀੜ੍ਹੀ ਹੈ, ਲੜਕੇ ਨੇ, ਔਰ ਇਹਨਾਂ 'ਚ ਰਾਹੁਲ ਗਾਂਧੀ ਨੂੰ ਮਿਲਣ ਦੀ ਜਿਹੜੀ ਉਹ ਕਹਿੰਦੇ ਆ ਕਿ ਕਿਊਰੀਓਸਿਟੀ ਬਹੁਤ ਹੈਗੀ ਹੈ। ਅਤੇ ਉਹ ਇਹ ਵੀ ਜਿਹੜਾ ਇੱਕ ਸੀਗੀ ਅਤੇ ਇਹੀ ਕਿਹਾ ਗਿਆ ਕਿ ਇਹ ਲੜਕਾ ਜਿਹੜਾ ਕਿ ਸੁਰੱਖਿਆ ਚੂਕ ਨਹੀਂ ਹੈ, ਇਹ ਵੈਸੇ ਹੀ ਉਤਸ਼ਾਹਤ ਸੀਗਾ ਬਹੁਤ ਜ਼ਿਆਦਾ, ਇਸ ਕਰਕੇ ਆ ਕੇ ਉਹ ਰਾਹੁਲ ਗਾਂਧੀ ਦੇ ਗਲੇ ਮਿਲ ਗਿਆ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈਗਾ ਜੀ। ਤਾਂ ਸਾਰਿਆਂ ਨਾਲ ਪਹਿਲਾਂ ਜਿੱਦਾਂ ਤੁਸੀਂ ਗੱਲ ਛੇੜੀ ਸੀ ਵਰੁਣ ਗਾਂਧੀ ਦੀ, ਰਾਹੁਲ ਗਾਂਧੀ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਹੁਸ਼ਿਆਰਪੁਰ ਵਿੱਚ ਕੀਤੀ ਸੀ। ਉੱਤੋਂ ਆਪਣੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਇਹ ਪ੍ਰੈਸ ਕਾਨਫਰੰਸ ਪਹਿਲਾਂ ਹੋਣੀ ਸੀ ਜਲੰਧਰ ਵਿੱਚ, ਬਟ ਇੱਥੇ ਜੋ ਹਾਦਸਾ ਹੋ ਗਿਆ ਸੀ ਉਹਦੇ ਕਰਕੇ ਇਹ ਪ੍ਰੈਸ ਕਾਨਫਰੰਸ ਰਾਹੁਲ ਗਾਂਧੀ ਨੇ ਇੱਥੇ ਟਾਲ ਦਿੱਤੀ। ਤਾਂ ਉਹ ਅਗਲੇ ਦਿਨ ਉੱਥੇ ਹੁਸ਼ਿਆਰਪੁਰ ਵਿੱਚ ਰੱਖੀ ਸੀ। ਤਾਂ ਉੱਥੇ ਵਿੱਚ ਵਰੁਣ ਗਾਂਧੀ ਦਾ ਪ੍ਰਸ਼ਨ ਜਿਹੜਾ ਰਿਪੋਰਟਰ ਨੇ ਪੁੱਛਿਆ ਹੈਗਾ, ਉਹ ਇੱਦਾਂ ਨਹੀਂ ਕਿ ਅਚਾਨਕ ਹੀ ਉਹ ਕੁਐਸਚਨ ਉਹਨਾਂ ਨੇ ਪੁੱਛ ਲਿਆ ਕਿ ਵਰੁਣ ਗਾਂਧੀ ਨਾਲ ਤੁਹਾਡੇ ਸੰਬੰਧ ਕਿੱਦਾਂ ਹੈਗਾ। ਉਹਦਾ ਇੱਕ ਰੀਜ਼ਨ ਹੋਰ ਹੈਗਾ ਕਿ ਸ਼ਾਇਦ ਕਈ ਲੋਕਾਂ ਨੂੰ ਹਾਲੇ ਨਹੀਂ ਪਤਾ ਹੋਊਗਾ, ਵਰੁਣ ਗਾਂਧੀ ਨੇ 1 ਜਾਂ 2 ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਸੀ। ਉਹ 'ਚ ਉਹਨੇ ਕਿਹਾ ਸੀ ਮੈਨੂੰ ਕਾਂਗਰਸ ਦੇ ਨਾਲ, ਰਾਹੁਲ ਗਾਂਧੀ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਹੈ, ਮੇਰੀ ਕੋਈ ਇਹਨਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਹੈ, ਮੈਂ ਇਹਦੇ ਨਾਲ ਠੀਕ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ। ਇਸ ਕਰਕੇ ਇਹ ਪ੍ਰੈਸ ਕਾਨਫਰੰਸ ਵਿੱਚ ਉਹੀ ਸਵਾਲ ਫਿਰ ਰਾਹੁਲ ਗਾਂਧੀ ਨੂੰ ਪੁੱਛਿਆ ਗਿਆ ਕਿ ਜੇ ਰਾਹੁਲ ਗਾਂਧੀ ਤੁਹਾਨੂੰ ਮਿਲਣਾ ਚਾਹੁੰਦੇ ਜਾਂ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਤਾਂ ਤੁਹਾਡਾ ਕੀ ਵਿਚਾਰ ਹੈਗਾ। ਤਾਂ ਰਾਹੁਲ ਗਾਂਧੀ ਦਾ ਸਿੱਧਾ ਜਵਾਬ ਸੀਗਾ, ਕਹਿੰਦਾ ਮੈਂ ਉਹਨੂੰ ਮਿਲ ਸਕਦਾ ਹੈਗਾ, ਮੈਨੂੰ ਉਹਦੇ ਵਰੁਣ ਗਾਂਧੀ ਨਾਲ ਮਿਲਣ 'ਚ ਕੋਈ ਇਤਰਾਜ਼ ਨਹੀਂ ਹੈਗਾ, ਉਹਨੂੰ ਗਲੇ ਮਿਲਣ 'ਚ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ, ਬਟ ਕਹਿੰਦਾ ਸਾਡੇ ਵਿਚਾਰ ਦੋਨੋਂ ਦੇ ਅਲੱਗ-ਅਲੱਗ ਹੈਗੇ ਆ। ਉਹਦੇ ਵਿਚਾਰ ਬੀਜੇਪੀ ਦੇ ਨਾਲ ਹੈਗੇ ਆ, ਸਾਡੇ ਆਪਣੇ ਵਿਚਾਰ ਹੈਗੇ ਆ। ਤਾਂ ਜਦ ਸਾਡੇ ਵਿਚਾਰ ਨਹੀਂ ਮਿਲ ਸਕਦੇ ਤਾਂ ਅਸੀਂ ਇਕੱਠੇ ਰਹਿ ਨਹੀਂ ਸਕਦੇ ਹੈਗੇ। ਅਤੇ ਇਸ ਕਰਕੇ ਕਹਿੰਦਾ ਮੈਂ ਆਪਣੇ ਵਿਚਾਰਾਂ ਨਾਲ ਸਮਝੌਤਾ ਨਹੀਂ ਕਰ ਸਕਦਾ, ਤਾਂ ਨਾ ਵਰੁਣ ਗਾਂਧੀ ਸਾਡੇ ਨਾਲ ਜੁੜ ਸਕਦੇ ਹੈਗੇ ਆ। ਅਤੇ ਉਹ ਆਪਣਾ ਡਿਸੀਜਨ ਵਰੁਣ ਗਾਂਧੀ ਨੇ ਖੁਦ ਲਿਆ ਸੀ। ਉਹ ਸਾਡੇ ਪਰਿਵਾਰ ਤੋਂ ਹਟ ਕੇ ਉਧਰ ਬੀਜੇਪੀ ਜਾ ਕੇ ਉਹਨਾਂ ਨੇ ਜੁਆਇਨ ਕਰ ਲਈ ਸੀ। ਤਾਂ ਉਹਨਾਂ ਨੇ ਇੱਕ ਅਲੱਗ ਵਿਚਾਰਧਾਰਾ ਨੂੰ ਜੁਆਇਨ ਕੀਤਾ ਜਿਹੜੀ ਸਾਡੀ ਦੋਨਾਂ ਆਪਸ 'ਚ ਕਦੀ ਅਸੀਂ ਮਿਲ ਨਹੀਂ ਸਕਦੇ ਹੈਗੇ। ਅਤੇ ਇੱਕ ਬਹੁਤ ਬੜੀ ਸਟੇਟਮੈਂਟ ਰਾਹੁਲ ਗਾਂਧੀ ਨੇ ਆਪਣੇ ਵੱਲੋਂ ਦਿੱਤੀ ਸੀ ਕਿ ਅਸੀਂ ਦੋਨੋਂ ਇਕੱਠੇ ਨਹੀਂ ਹੋ ਸਕਦੇ। ਅਗਰ ਉਹ ਆਪਣੇ ਵਿਚਾਰਧਾਰਾ ਛੱਡਦੇ ਫਿਰ ਹੋ ਸਕਦਾ ਕਿ ਇਹਨਾਂ ਦਾ ਕੋਈ ਆਉਣ ਵਾਲੇ ਟਾਈਮ 'ਚ ਕੋਈ ਪੈਚਅਪ ਹੋ ਸਕਦਾ, ਬਟ ਫਿਲਹਾਲ ਤਾਂ ਇੱਦਾਂ ਦਾ ਕੋਈ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਿਹਾ। ਉੱਧਰੋਂ ਵਰੁਣ ਗਾਂਧੀ ਦੀ ਵੀ ਆਪਣੀ ਸਟੇਟਮੈਂਟ ਹੈਗੀ ਕਿ ਮੈਨੂੰ ਕਾਂਗਰਸ ਨਾਲ, ਰਾਹੁਲ ਗਾਂਧੀ ਨਾਲ ਕੋਈ ਵਿਚਾਰ ਮਤਭੇਦ ਨਹੀਂ ਹੈਗੇ, ਪਰਸਨਲੀ ਨਹੀਂ ਹੈਗੇ, ਬਟ ਇਹਨਾਂ ਦੇ ਵਿਚਾਰ ਆਪਸ 'ਚ ਮੇਲ ਨਹੀਂ ਖਾਂਦੇ ਹੈਗੇ। ਉਹਨਾਂ ਦਾ ਕੰਮ ਕਰਨ ਦਾ ਤਰੀਕਾ ਜੋ ਅਲੱਗ ਸੋਚ ਆ, ਉਹ ਇਹਨਾਂ ਦੀ ਅਲੱਗ-ਅਲੱਗ ਸੋਚ ਹੈਗੀ ਆ। ਸੁਰੱਖਿਆ 'ਚ ਚੂਕ ਨੂੰ ਲੈ ਕੇ ਤੁਸੀਂ ਕੀ ਕਹੋਗੇ ਕਿ ਸੁਰੱਖਿਆ 'ਚ ਚੂਕ ਤਾਂ ਜਿਹੜਾ ਕੋਈ 3 ਲੇਅਰ ਸੁਰੱਖਿਆ ਨੂੰ ਤੋੜ ਕੇ, ਚਾਹੇ ਉਹ ਉਤਸ਼ਾਹਿਤ ਸੀਗਾ, ਉਹ ਨੌਜਵਾਨ ਉਤਸ਼ਾਹਿਤ ਸੀਗਾ, ਰਾਹੁਲ ਗਾਂਧੀ ਦੀ ਜਾ ਕੇ ਜਿਹੜਾ ਬੰਦਾ 3 ਲੇਅਰ ਦੀ ਸੁਰੱਖਿਆ ਤੋੜ ਕੇ ਰਾਹੁਲ ਗਾਂਧੀ ਨੂੰ ਜੱਫੀ ਪਾ ਲੈਂਦਾ ਹੈ, ਅਤੇ ਉਹ ਨੌਜਵਾਨ ਜੇ ਕੁਝ ਹੋਰ ਵੀ ਕਰ ਸਕਦਾ ਸੀਗਾ। ਯਾਨੀ ਸੁਰੱਖਿਆ ਨੂੰ ਚੂਕ ਰਾਹੁਲ ਗਾਂਧੀ ਕਹਿ ਰਹੇ ਕਿ ਨਹੀਂ ਹੈਗੀ, ਲੇਕਿਨ ਮੈਨੂੰ ਲੱਗਦਾ ਕਿ ਇਹ ਜਿਹੜੀ ਸੁਰੱਖਿਆ ਵਿੱਚ ਚੂਕ ਹੋਈ ਹੈ, ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਜਿਹੜੀ 3 ਲੇਅਰ ਸੁਰੱਖਿਆ ਹੈਗੀ ਸਰ ਨਾਲ, ਪਹਿਲੀ ਜਿਹੜੀ ਲੇਅਰ ਹੈਗੀ ਉਹ ਪੰਜਾਬ ਪੁਲਿਸ ਦੀ ਆ ਜੀ। ਉਹਦੇ ਬਾਅਦ ਜਿਹੜੀ ਦੂਸਰੀ ਲੇਅਰ ਆਉਂਦੀ ਹੈਗੀ ਉਹ ਪੰਜਾਬ ਪੁਲਿਸ ਪਲੱਸ ਸੈਂਟਰਲ CID ਦੀ ਹੈਗੀ ਆ। ਤੀਸਰੀ ਹੈਗੀ ਰਾਹੁਲ ਗਾਂਧੀ ਦੀ ਪਰਸਨਲ ਸਿਕਿਉਰਿਟੀ ਆ। ਹੁਣ ਕੋਈ ਬੰਦਾ ਕਿਤੇ ਬਾਹਰ ਹੈਗਾ, ਕਈ ਲੋਕੀ ਲੱਖਾਂ ਲੋਕ ਆਲੇ ਦੁਆਲੇ ਘੁੰਮਦੇ ਹੈਗੇ ਆ, ਹੋ ਸਕਦਾ ਰਾਹੁਲ ਗਾਂਧੀ ਦੀ ਕਿਸੇ ਨਾਲ ਆਈ ਕੰਟੈਕਟ ਹੋਇਆ ਹੋਊਗਾ, ਉਹਨ ਕੋਈ ਇਸ਼ਾਰਾ ਕੀਤਾ ਹੈਗਾ। ਤਾਂ ਦੇਖੋ ਜੀ, ਜਦੋਂ ਕੰਟੈਕਟ ਹੋਇਆ ਹੈਗਾ ਤਾਂ ਰਾਹੁਲ ਗਾਂਧੀ ਨੇ ਵੀ ਕੋਈ ਇਸ਼ਾਰਾ ਕੀਤਾ ਹੋਊਗਾ, ਕੋਈ ਗੱਲ ਨਹੀਂ, ਉਹਨਾਂ ਨੂੰ ਲੱਗਿਆ ਹੋਊਗਾ ਠੀਕ ਹੈ ਮਿਲਣਾ ਚਾਹੁੰਦਾ, ਮਿਲਣ ਦੇ ਸਕਦੇ ਆ। ਤਾਂ ਉਹ ਜਦੋਂ ਉਹਨਾਂ ਨੇ ਕੰਟੈਕਟ ਕਰਕੇ ਕਿਹਾ ਉਹਨਾਂ ਹਾਂ ਆ ਲੈਣ ਦਿਓ, ਤਾਂ ਹੋ ਸਕਦਾ ਕਿ ਜਿਹੜੇ ਸਿਕਿਉਰਿਟੀ ਗਾਰਡ ਉਸਲੇ ਉਹਦੇ ਨਾਲ ਉਹ ਤੋਂ ਅੱਗੇ ਜਿਹਨੂੰ ਉਹ ਰੋਕ ਰਹੇ ਸੀਗੇ,
ਤਾਂ ਉਹਨ ਵੀ ਦੇਖਿਆ ਹੋਊਗਾ ਕਿ ਰਾਹੁਲ ਜੀ ਕਹਿ ਰਹੇ ਹੈ ਕਿ ਇਹਨੂੰ ਭੇਜ ਦਿਓ, ਤਾਂ ਉਹ ਵੀ ਉਸ ਚੀਜ਼ ਨੂੰ ਫਿਰ ਮਨਾ ਨਹੀਂ ਕਰ ਸਕਦੇ। ਉਹਨਾਂ ਨੇ ਵੀ ਉਹੀ ਅੱਗੇ ਬੰਦਾ ਦੇਖ ਕੇ ਹੀ ਕੁਝ ਭੇਜਿਆ ਹੋਊਗਾ। ਤਾਂ ਉਹਦੇ ਬਾਰੇ ਸਾਰੀ ਗੱਲਾਂ ਕਲੀਅਰ ਹੋ ਚੁੱਕੀਆਂ ਕਿ ਇਦਾਂ ਦਾ ਕੋਈ ਥ੍ਰੈਟ ਨਹੀਂ ਸੀਗਾ। ਉਹ ਅੰਦਰੋਂ ਦੀ ਬਹੁਤ ਉਤਸ਼ਾਹ ਵਿੱਚ ਸੀਗਾ, ਮਿਲਣਾ ਚਾਹੁੰਦਾ ਸੀ, ਯੂਥ ਸੀਗਾ, ਉਹਨਾਂ ਦੇ ਆਪਣੇ ਰੋਲ ਮਾਡਲ ਹੈਗੇ, ਹੀਰੋ ਹੈਗੇ ਆ। ਤਾਂ ਹਰ ਬੰਦਾ ਇਸ ਟਾਈਮ ਤੇ ਜੋ ਵੀ ਜਾਂਦਾ ਹੈਗਾ, ਛੋਟੇ ਬੱਚੇ ਤੋਂ ਲੈ ਕੇ ਵੱਡੇ ਤੋਂ ਵੱਡਾ, ਤੁਸੀਂ ਦੇਖੋਗੇ ਜਿੰਨੀ ਇਹ ਯਾਤਰਾ ਚੱਲੀ ਆ, ਹਰ ਬੰਦਾ ਆ ਕੇ ਉਹਨਾਂ ਦੇ ਨਾਲ ਜੁੜਿਆ ਹੈਗਾ, ਤਾਂ ਯਾਤਰਾ ਵਿੱਚ ਸ਼ਾਮਿਲ ਵੀ ਹੋਇਆ। ਤਾਂ ਉਹਨਾਂ ਦਾ ਇੱਕ ਕਰਿਸ਼ਮਾ ਹੈਗਾ, ਜਿਹੜਾ ਸੜਕ ਤੇ ਜਦੋਂ ਕਿਤੇ ਵੀ ਜਾਂਦੇ ਹੈਗੇ, ਲੋਕੀ دیਵਾਨੇ ਜਿਹੇ ਹੋ ਜਾਂਦੇ ਹੈਗੇ, ਤਾਂ ਉਹਨਾਂ ਨੂੰ ਮਿਲਣ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਹੈਗੇ ਆ। ਨਹੀਂ, ਇਹ ਸੁਰੱਖਿਆ ਚਲੋ ਇੱਕ ਵਾਰੀ ਹੋਈ, ਲੇਕਿਨ ਇੱਕ 35-40 ਮਿੰਟ ਦੇ ਵਿੱਚ, ਯਾਨੀ ਅੱਧੇ ਘੰਟੇ ਦੇ ਵਿੱਚ 2 ਵਾਰੀ ਹੋਈ ਹੈ। ਇੱਕ ਵਾਰੀ ਤਾਂ ਇਹ ਹੋਈ ਕਿ ਨੌਜਵਾਨ ਜਿਹੜਾ ਹੈਗਾ, ਹਾਂਜੀ, ਇਹ ਜਿਹੜੀ ਪਹਿਲੀ ਚੂਕ ਹੋਈ ਸੀ 8:05 ਤੇ ਹੋਈ ਸੀ। ਉਹਦੇ ਬਾਅਦ ਜਦੋਂ ਇਹ ਫੇਰ ਦੁਬਾਰਾ ਟੀ ਬ੍ਰੇਕ ਵਾਸਤੇ ਰੁਕੇ ਆ 8:40 ਦੇ ਕਰੀਬ, ਫੇਰ ਦੁਬਾਰਾ ਇਦਾਂ ਹੀ ਘਟਨਾ ਦੁਬਾਰਾ ਹੋਈ ਹੈ। ਜਦੋਂ ਇਹ ਸੜਕ ਕ੍ਰਾਸ ਕਰਨ ਲੱਗੇ, ਉਸ ਲਈ ਵੀ ਇੱਕ ਵਿਅਕਤੀ ਆਇਆ ਹੈਗਾ ਇਹਨਾਂ ਦੇ ਲਾਗੇ, ਤਾਂ ਉਹਨੂੰ ਵੀ ਫੜ ਕੇ ਸਾਈਡ ਕਰ ਦਿੱਤਾ ਗਿਆ ਹੈਗਾ। ਤਾਂ ਇਹ ਅਸੀਂ ਸੁਰੱਖਿਆ ਚੂਕ ਕਹਿ ਲਈਏ, ਜਾਂ ਜਿਹੜੇ ਇਹਨਾਂ ਦੀ ਸੁਰੱਖਿਆ ਵਿੱਚ ਜਿਹੜੇ ਬੰਦੇ ਲੱਗੇ ਹੈ ਉਹ ਇੰਨੇ ਐਕਟਿਵ ਨਹੀਂ ਸੀਗੇ ਕਿ ਉਹਨਾਂ ਦੇ ਹੁੰਦੇ ਹੋਏ ਤੀਸਰਾ ਜਿਹੜਾ ਵਿਅਕਤੀ ਬਾਹਰ ਦਾ ਕੋਈ ਵੀ ਆ ਕੇ ਐਂਟਰ ਕਰਕੇ ਉਹਨਾਂ ਦੇ ਲਾਗੇ ਪਹੁੰਚ ਰਿਹਾ। ਇਹ ਉਹਨਾਂ ਦੀ ਜਿਹੜੀ ਸੁਰੱਖਿਆ ਲੇਅਰ ਵਿੱਚ ਹੀ ਕਮੀ ਸਾਨੂੰ ਨਜ਼ਰ ਆਉਂਦੀ ਹੈਗੀ ਹੈ। ਆਪਾਂ ਕਿਸੇ ਨੂੰ ਹੋਰ ਨੂੰ ਕੀ ਪਰੇਸ਼ਾਨ ਕਰ, ਜੇ ਸਾਡੀ ਸੁਰੱਖਿਆ ਲੇਅਰ, ਅਗਰ ਤੁਸੀਂ ਇੱਥੇ ਬੈਠੇ ਆ, ਮੈਂ ਤੁਹਾਡੀ ਸੁਰੱਖਿਆ ਲਗਾਈ ਹੋਈ ਆ, ਤਾਂ ਕੋਈ ਮਤਲਬ ਨਹੀਂ ਕੋਈ ਬੰਦਾ ਤੁਹਾਡੇ ਤੱਕ ਪਹੁੰਚ ਸਕੇ। ਜੇ ਮੇਰੇ ਸੁਰੱਖਿਆ ਵਾਲੇ ਬੰਦੇ ਆਰਾਮ ਨਾਲ ਬੈਠ ਕੇ ਆਰਾਮ ਕਰ ਰਹੇ ਜਾਂ ਕੋਈ ਇੱਧਰ ਉੱਧਰ ਦੇਖ ਰਿਹਾ, ਤੀਸਰੇ ਬੰਦੇ ਨੂੰ ਇੱਕ ਮੌਕਾ ਮਿਲਦਾ, ਉਹ ਤੁਹਾਡੇ ਕੋਲ ਆ ਕੇ ਹਾਏ ਹੈਲੋ ਕਰ ਸਕਦਾ। ਤਾਂ ਇਹ ਗੱਲ ਉਹਨਾਂ ਦੀ ਜਿਹੜੇ ਸੁਰੱਖਿਆ ਵਿੱਚ ਲੱਗੇ, ਉਹਨਾਂ ਦੀ ਕਿਸੇ ਅਣਗਹਿਲੀ ਕਿਤੇ ਨਾ ਕਿਤੇ ਹੋਈ ਹੈ, ਜਿਹਦੇ ਕਰਕੇ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਹੈਗਾ। ਤਾਂ ਉਹਦੇ ਬਾਰੇ ਹੁਣ ਅਲਰਟ ਹੋ ਚੁੱਕਿਆ ਤਾਂ ਪ੍ਰਸ਼ਾਸਨ ਵੱਲੋਂ। ਹੋਰ ਈਵਨ ਪੰਜਾਬ ਪੁਲਿਸ ਦੇ ਜਿਹੜੇ ਆਈਜੀ ਹੈਗੇ, ਉਹਨਾਂ ਦਾ ਵੀ ਇੱਕ ਬਿਆਨ ਆਇਆ ਸੀ ਕਿ ਇਦਾਂ ਦੀ ਕੋਈ ਚੂਕ ਨਹੀਂ ਹੋਈ ਹੈ, ਇਹ ਸਿਰਫ ਛੋਟੇ ਮੋਟੇ ਸੀਗੇ। ਹਾਂ, ਦੂਸਰੇ ਇਵੈਂਟ 'ਚ ਆਪਾਂ ਕਹਿ ਸਕਦੇ ਜਿਹੜੀ ਪਹਿਲਾਂ ਸੀ, ਉਹ ਰਾਹੁਲ ਗਾਂਧੀ ਨੇ ਵੀ ਕਹਿਤਾ ਹੈਗਾ ਕਿ ਮੈਂ ਹੀ ਉਹਨੂੰ ਸੱਦਿਆ ਸੀਗਾ, ਤਾਂ ਮੈਂ ਉਹ 'ਚ ਇਦਾਂ ਦਾ ਕੋਈ ਨਹੀਂ, ਉਹ ਪਰਸਨਲੀ ਮੈਨੂੰ ਮਿਲਣਾ ਚਾਹੁੰਦੇ ਸੀ। ਬਟ ਉਹ ਜਦੋਂ ਨਜ਼ਦੀਕ ਆਇਆ ਔਰ ਆ ਕੇ ਉਹਨਾਂ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਥੋੜ੍ਹਾ ਜਿਹਾ ਉਹਨੂੰ ਸ਼ੌਕਿੰਗ ਹੋ ਗਿਆ, ਕਿਉਂਕਿ ਉਹਨਾਂ ਨੇ ਐਕਸਪੈਕਟ ਨਹੀਂ ਕੀਤਾ ਸੀ ਕਿ ਬੰਦਾ ਆ ਕੇ ਸਿੱਧਾ ਮੈਨੂੰ ਜੱਫੀ ਪਾਊਗਾ। ਤਾਂ ਉਹ ਥੋੜ੍ਹਾ ਜਿਹਾ ਸ਼ੌਕਿੰਗ ਜਿਹਾ ਸਾਰੇ ਵਾਸਤੇ ਸੀਗਾ। ਤਾਂ ਉਹ ਥੋੜ੍ਹਾ ਜਿਹਾ ਮਾਹੌਲ ਉਸ ਲਈ ਥੋੜ੍ਹਾ ਜਿਹਾ ਖਰਾਬ ਜਿਹਾ ਹੋ ਗਿਆ ਸੀ। ਪੰਜਾਬ ਦੇ ਵਿੱਚ ਸੁਰੱਖਿਆ ਨੂੰ ਲੈ ਕੇ, ਕਿਉਂਕਿ ਪੰਜਾਬ ਦੇ ਵਿੱਚ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਜ਼ਿਆਦਾ ਦਿੱਤੀ ਗਈ ਹੈ ਰਾਹੁਲ ਗਾਂਧੀ ਨੂੰ, ਕਿਉਂਕਿ ਪਹਿਲਾਂ ਹੀ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਹੈਗੇ ਆ, ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਨੂੰ ਜ਼ਿਆਦਾ ਸੁਰੱਖਿਆ ਦਿੱਤੀ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਨੂੰ ਉਹ ਮਹਿਸੂਸ ਕਰਦੇ ਸੀਗੇ ਕਿ ਖਤਰਾ ਹੈ। ਲੇਕਿਨ ਹਾਲਾਂਕਿ ਅਜਿਹਾ ਨਹੀਂ ਹੈ, ਰਾਹੁਲ ਗਾਂਧੀ ਨੂੰ ਪੰਜਾਬ ਦੇ ਵਿੱਚ ਵੀ ਬਹੁਤ ਪਿਆਰ ਮਿਲ ਰਿਹਾ। ਤੇ ਤੁਸੀਂ ਦੱਸੋ ਕਿ ਜੇ ਪੰਜਾਬ ਦੇ ਵਿੱਚ ਇਹ ਹਾਲ ਹੈ, ਤੇ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਇਹ ਯਾਤਰਾ ਪਹੁੰਚੇਗੀ ਤਾਂ ਉੱਥੇ ਕੀ ਹੋਏਗਾ? ਕਿਉਂਕਿ ਜੰਮੂ ਕਸ਼ਮੀਰ ਤਾਂ ਬਹੁਤ ਹੀ ਡਿਸਟਰਬ ਸਟੇਟ ਹੈ, ਪੰਜਾਬ ਤਾਂ ਫਿਰ ਵੀ ਬਹੁਤ ਸ਼ਾਂਤ ਸਟੇਟ ਹੈ, ਔਰ ਪੰਜਾਬ ਦੇ ਵਿੱਚ ਤਾਂ ਸਿਰਫ ਰਾਜਨੀਤਿਕ ਮਤਭੇਦ ਹੋ ਸਕਦੇ ਆ, ਜਾਂ ਜਿਹੜੇ 84 ਦਾ ਸਮਾਂ ਦਾ ਜਿਹੜਾ ਜ਼ਿਕਰ ਆਉਂਦਾ ਹੈ, ਤੇ ਉੱਥੇ ਜਾ ਕੇ ਕਿਤੇ ਹੋ ਸਕਦਾ ਹੈ ਕਿ ਥੋੜ੍ਹੇ ਬਹੁਤ ਮਤਭੇਦ ਨੇ, ਨਹੀਂ ਤਾਂ ਰਾਹੁਲ ਗਾਂਧੀ ਨੂੰ ਤਕਰੀਬਨ ਸਾਰੇ ਹੀ ਪਸੰਦ ਕਰ ਰਹੇ ਆ। ਦੇਖੋ ਜੀ, ਇਹ ਰਾਹੁਲ ਗਾਂਧੀ ਦੀ ਜਿਹੜੀ ਸੁਰੱਖਿਆ ਦੇ ਉੱਤੇ ਮੁੱਦਾ ਹੈਗਾ, ਪੰਜਾਬ ਐਂਟਰ ਕਰਨ ਤੋਂ ਪਹਿਲਾਂ ਹੀ ਅਲਰਟ ਕਰ ਦਿੱਤਾ ਗਿਆ ਸੀ ਕਿ ਪੰਜਾਬ 'ਚ ਹਾਈ ਅਲਰਟ ਤੇ ਰਹਿਣਗੇ। ਇਹ ਸਿਕਿਉਰਿਟੀ ਵਾਈਜ਼ ਉਹਨਾਂ ਨੂੰ ਵੀ ਦੱਸਿਆ ਗਿਆ ਹੈਗਾ। ਤਾਂ ਸੈਂਟਰਲ ਗੌਰਨਮੈਂਟ ਵੀ ਇੱਥੇ ਕਾਫੀ ਹਾਈ ਅਲਰਟ ਹੈ। ਔਰ ਈਵਨ ਜਿਹੜਾ ਇਹਨਾਂ ਦੀ ਯਾਤਰਾ ਇੱਥੋਂ ਜਿਹੜੀ ਅੱਗੇ ਜੰਮੂ ਤੇ ਵੀ ਜਾਣੀ ਹੈਗੀ ਆ, ਉਹਦੇ ਵਾਸਤੇ ਵੀ ਉਹ ਮਨਾ ਕਰ ਰਿਹਾ ਕਿ ਤੁਸੀਂ ਪੈਦਲ ਯਾਤਰਾ ਨਾ ਕਰੋ, ਤੁਸੀਂ ਜਿਹੜੀ ਯਾਤਰਾ ਅੱਗੇ ਕਰਨੀ ਹੈ ਉਹ ਕਾਰ ਵਿੱਚ ਕਰੋ। ਸਿਕਿਉਰਿਟੀ ਕੰਸਰਨ ਬਹੁਤ ਜ਼ਿਆਦਾ ਹੈਗਾ। ਤੇ ਹੁਣ ਆਉਣ ਵਾਲਾ ਸਮਾਂ ਹੀ ਸਾਨੂੰ ਦੱਸੂਗਾ ਕਿ ਇਹ ਯਾਤਰਾ ਉਹ ਪੈਦਲ ਕਰਦੇ ਆ ਜਾਂ ਕਾਰ ਵਿੱਚ ਕਰਦੇ ਹੈਗੇ। ਤਾਂ ਜਿਹੜੀ ਉਹ ਯੁਵਕ ਜਿਹੜਾ ਇਹਨਾਂ ਨੂੰ ਗਲੇ ਮਿਲਿਆ ਸੀ, ਤਾਂ ਰਾਹੁਲ ਗਾਂਧੀ ਦਾ ਬਿਆਨ ਆਇਆ ਸੀ, ਉਹ ਕਹਿੰਦੇ ਜਦੋਂ ਮੈਨੂੰ ਮਿਲਣ ਆਇਆ ਮੈਂ ਉਹਨੂੰ ਦੇਖ ਹੀ ਨਹੀਂ ਪਾਇਆ, ਕਿਉਂਕਿ ਉਸ ਲਈ ਵਾਕਿੰਗ ਕਰ ਰਹੇ ਸੀ। ਹੁਣ ਵਾਕ ਕਰਦੇ ਕਰਦੇ ਤੁਹਾਡੇ ਕੋਲੋਂ ਕੋਈ ਸਾਈਡ ਵਿੱਚ ਆ ਕੇ ਇੱਕਦਮ ਜੱਫੀ ਪਾਣਾ ਸ਼ੁਰੂ ਕਰਤਾ, ਬੰਦਾ ਇੱਕਦਮ ਘਬਰਾ ਜਾਂਦਾ, ਹੋਇਆ ਕਿ ਇਹ ਕਰ ਕੀ ਰਿਹਾ, ਜਦਕਿ ਆਪਾਂ ਤਾਂ ਇੱਕ ਪੈਦਲ ਯਾਤਰਾ 'ਤੇ ਤੁਰੇ ਹੋਏ ਆ, ਤਾਂ ਸਿੱਧਾ ਹੀ ਜਾਣਾ ਹੈਗਾ। ਬਟ ਉਹ ਜਦੋਂ ਸਾਈਡ ਤੋਂ ਹੋ ਕੇ ਇੱਕਦਮ ਸਾਹਮਣੇ ਆਇਆ, ਇਸ ਕਰਕੇ ਕਹਿੰਦੇ ਕਿ ਉਹ ਕਿਉਂਕਿ ਸਡਨ ਹੋਇਆ ਸੀ, ਇਸ ਕਰਕੇ ਥੋੜ੍ਹਾ ਜਿਹਾ ਮੈਨੂੰ ਸ਼ੌਕਿੰਗ ਲੱਗਿਆ। ਕਹਿੰਦਾ ਅਦਰਵਾਈਜ਼ ਉਹਨਾਂ ਨੇ ਕਿਹਾ ਕਿ ਸੁਰੱਖਿਆ 'ਚ ਇੱਦਾਂ ਦੀ ਕੋਈ ਚੂਕ ਨਹੀਂ। ਲੋਕਾਂ ਨੂੰ ਉਤਸ਼ਾਹ ਇੰਨਾ ਜ਼ਿਆਦਾ ਹੁੰਦਾ ਕਿ ਉਹ ਕੀ ਕਰਨਾ ਚਾਹੁੰਦੇ ਤਾਂ ਕੀ ਕਰ ਬੈਠਦੇ ਆ, ਕਈ ਲੋਕਾਂ ਨੂੰ ਇਹ ਪਤਾ ਹੀ ਨਹੀਂ ਚੱਲਦਾ ਹੈਗਾ। ਨਹੀਂ, ਸੁਰੱਖਿਆ ਦੀ ਚੂਕ ਦੀ ਜਿਹੜੀ ਗੱਲ ਹੈ ਨਾ, ਤੇ ਜਦੋਂ ਕਾਂਗਰਸੀ ਲੀਡਰਾਂ ਨੇ ਦਿੱਲੀ ਦੇ ਵਿੱਚ ਇਹ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੂੰ ਕਿਹਾ ਸੀਗਾ ਕਿ ਵੀ ਰਾਹੁਲ ਗਾਂਧੀ ਦੀ ਸੁਰੱਖਿਆ ਜਿਹੜੀ ਹੈ ਉਹਦੇ 'ਚ ਚੂਕ ਹੋ ਰਹੀ ਹੈ, ਬਾਰ-ਬਾਰ ਚੂਕ ਹੋ ਰਹੀ ਹੈ। ਤੇ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਹੈਗੇ, ਉਹਨਾਂ ਨੇ ਬਾਕਾਇਦਾ ਜਿਹੜੇ ਸਿਕਿਉਰਿਟੀ ਦੇ ਵੱਡੇ ਜਿਹੜੇ ਅਧਿਕਾਰੀ ਨੇ ਪੁਲਿਸ ਦੇ, ਉਹਨਾਂ ਨੂੰ ਇਹ ਕਿਹਾ ਸੀਗਾ ਕਿ ਇਹਦੀ ਰਿਪੋਰਟ ਕੀਤੀ ਜਾਵੇ, ਮੈਨੂੰ ਰਿਪੋਰਟ ਦਿੱਤੀ ਜਾਵੇ ਕਿ ਵੀ ਅਜਿਹਾ ਕੁਝ ਹੋਇਆ। ਤੇ CRPF ਨੇ ਜਿਹੜਾ ਜਵਾਬ ਦਾਇਰ ਕੀਤਾ ਸੀ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਕਦੀ ਕੋਈ ਚੂਕ ਨਹੀਂ ਹੋਈ। ਰਾਹੁਲ ਗਾਂਧੀ ਖੁਦ ਹੀ ਤਕਰੀਬਨ, ਇਹ 2020 ਦੀ ਗੱਲ ਹੈ, ਇਹ 2020 ਦੇ ਵਿੱਚ ਤੋਂ ਲੈ ਕੇ ਹੁਣ ਤੱਕ ਰਾਹੁਲ ਗਾਂਧੀ ਤਕਰੀਬਨ 113 ਵਾਰ ਸੁਰੱਖਿਆ ਘੇਰਾ ਜਿਹੜਾ ਆ ਉਹ
ਤੋੜ ਕੇ ਜਾਂ ਸੁਰੱਖਿਆ ਨਿਯਮਾਂ ਨੂੰ ਤੋੜ ਕੇ ਲੋਕਾਂ ਨੂੰ ਮਿਲਦੇ ਰਹੇ ਆ, ਜਾਂ ਕਹਿ ਲਓ ਕਿ ਸੁਰੱਖਿਆ ਜਿਹੜੇ ਨਿਯਮ ਹੈਗੇ ਆ ਉਹਨਾਂ ਤੋਂ ਬਾਹਰ ਹੋ ਕੇ ਆਪਣੀ ਮਰਜ਼ੀ ਕਰਦੇ ਰਹੇ ਆ। ਇਹ CRPF ਨੇ ਜਿਹੜਾ ਇਹ ਜਵਾਬ ਉਹ ਦਿੱਤਾ ਸੀਗਾ ਗ੍ਰਹਿ ਮੰਤਰਾਲੇ ਨੂੰ। ਇਹ ਗੱਲ ਮੈਂ ਤੁਹਾਡੇ ਨਾਲ ਸਹਿਮਤ ਹੈ, ਕਿਉਂਕਿ ਇਹੀ ਘਟਨਾ ਜਿਹੜੀ ਹੁਣ ਹੁਸ਼ਿਆਰਪੁਰ ਦੀ ਅਸੀਂ ਕਰੀਏ, ਜੇ 'ਚ ਉਹ ਯੁਵਕ ਨਜ਼ਦੀਕ ਆਇਆ ਹੈਗਾ, ਕਿਉਂਕਿ ਉਹ 'ਚ ਵੀ ਇਹ ਸਾਰੀ ਗੱਲਾਂ ਕਲੀਅਰ ਹੋਈਆਂ ਕਿ ਰਾਹੁਲ ਗਾਂਧੀ ਨੇ ਉਹਨਾਂ ਨੂੰ ਉਹ ਮਿਲਣਾ ਚਾਹੁੰਦਾ ਸੀ, ਉਹਨਾਂ ਨੇ ਇਸ਼ਾਰਾ ਕੀਤਾ ਹੈਗਾ ਤਾਂ ਉਹ ਆਇਆ ਹੈਗਾ। ਤਾਂ ਜਦੋਂ ਇਦਾਂ ਦੀ ਕੁਝ ਚੀਜ਼ਾਂ ਹੋ ਜਾਂਦੀ ਹੈਗੀ ਤਾਂ ਜਿਹੜੇ ਸਿਕਿਉਰਿਟੀ ਪਰਸਨ ਆ ਉਹਨਾਂ ਦੇ ਵੀ ਇੱਕ ਬਹੁਤ ਹਰਡਲ ਜਿਹਾ ਹੋ ਜਾਂਦਾ ਕਿ ਉਹ ਕਿਹੜਾ ਡਿਸੀਜਨ ਮੰਨਣ, ਕਿ ਆਪਣੇ ਪੋਜੀਸ਼ਨ ਤੇ ਟਿਕੇ ਰਹਿਣ ਜਾਂ ਜਿਹੜਾ ਰਾਹੁਲ ਗਾਂਧੀ ਜੀ ਕਹਿ ਰਹੇ ਅਸੀਂ ਉਸ ਗੱਲ ਨੂੰ ਮੰਨੀਏ। ਤਾਂ ਉਸ ਲਈ ਉਹ ਡਿਸੀਜਨ ਲੈਣਾ ਬਹੁਤ ਹੀ ਔਖਾ ਹੁੰਦਾ। ਕਈ ਵਾਰ ਉਹ ਡਿਸੀਜਨ ਸਹੀ ਵੀ ਹੁੰਦੇ ਆ, ਕਈ ਵਾਰ ਉਹ ਗਲਤ ਵੀ ਹੋ ਜਾਂਦੇ ਆ। ਇਹ ਤਾਂ ਆਉਣ ਵਾਲਾ ਸਮਾਂ ਹੀ ਹੈ। ਬਟ ਕੋਈ ਵੀ ਬੰਦਾ ਅਗਰ ਰਾਹੁਲ ਗਾਂਧੀ ਦੇ ਨਜ਼ਦੀਕ ਜਾਂਦਾ, ਉਹ ਸੁਰੱਖਿਆ ਦਾ ਤਾਂ ਮੈਟਰ ਹੈਗਾ, ਕਿਉਂਕਿ ਉਹਨਾਂ ਦੇ ਫਾਦਰ ਨਾਲ ਵੀ ਇਦਾਂ ਹੀ ਕੁਝ ਹੋ ਚੁੱਕਿਆ ਸੀ, ਪੂਰੀ ਫੈਮਿਲੀ ਬੈਕਗਰਾਉਂਡ ਕਾਫੀ ਕੁਝ ਹੈਗਾ, ਤਾਂ ਬਹੁਤ ਸੈਂਸਿਟਿਵ ਮੁੱਦਾ ਹੈਗਾ। ਤਾਂ ਰਾਹੁਲ ਗਾਂਧੀ ਦੇ ਨਜ਼ਦੀਕ ਤਾਂ ਮੇਰੇ ਖਿਆਲ ਨਾਲ ਕਿਸੇ ਨੂੰ ਵੀ ਅਲਾਉ ਨਹੀਂ ਕਰਨਾ ਚਾਹੀਦਾ। ਜੋ ਮਰਜ਼ੀ ਹੋ ਜਾਏ ਤੁਸੀਂ ਦੂਰੋਂ ਮਿਲੋ, ਕਿਉਂਕਿ ਇਦਾਂ ਦੇ ਹਾਦਸੇ ਅਸੀਂ ਦੇਖ ਚੁੱਕੇ ਹਾਂ। ਤਾਂ ਅਸੀਂ ਉਹ ਨਹੀਂ ਚਾਹੁੰਦੇ ਕਿ ਇਦਾਂ ਦੀ ਚੀਜ਼ਾਂ ਦੁਬਾਰਾ ਰਿਪੀਟ ਹੋਣ। ਤਾਂ ਬੈਟਰ ਹੈ ਕਿ ਇਹ ਥੋੜੀ ਜੋ ਅਲਰਟਨੈਸ ਹੈਗੀ ਉਹ ਥੋੜੀ ਜ਼ਿਆਦਾ ਸਖਤ ਕੀਤੀ ਜਾਵੇ। ਤਾਂ ਜਿਹੜੇ ਸਿਕਿਉਰਿਟੀ ਪਰਸਨ ਹੈਗੇ ਇਹ ਉਹਨਾਂ ਦੀ ਜਵਾਬਦੇਹੀ ਆ ਕਿ ਉਹ ਬੰਦਾ 3 ਲੇਅਰਾਂ ਕ੍ਰਾਸ ਕਰਕੇ ਕਿੱਦਾਂ ਆ ਰਿਹਾ। ਜੇ ਆਉਣ ਦੇ ਰਿਹਾ ਤਾਂ ਉਹਨੇ ਇੱਕ ਲੇਅਰ ਤੋਂ ਬਾਹਰ ਰੱਖਣ ਕਿ ਇਸ ਲੇਅਰ ਤੋਂ ਤੂੰ ਅੱਗੇ ਨਹੀਂ ਜਾ ਸਕਦਾ। ਹਾਂ, ਤੂੰ ਇਸ ਲੇਅਰ ਤੇ ਇੰਨੀ ਦੂਰ ਤੂੰ ਖੜਾ ਹੈਗਾ, ਇੱਥੋਂ ਹਾਈ ਹੈਲੋ ਜੋ ਗੱਲ ਕਰਨੀ ਕਰ ਲਾ, ਬਟ ਇੱਕਦਮ ਪਰਸਨਲ ਤੂੰ ਅਗਰ ਨਜ਼ਦੀਕ ਜਾ ਰਿਹਾ ਤਾਂ ਇਹ ਗੱਲ ਤਾਂ ਫਿਰ ਸਿਕਿਉਰਿਟੀ ਇਸ਼ੂ ਹੈਗਾ, ਬਹੁਤ ਬੜਾ ਇਸ਼ੂ ਹੈ। ਜਦੋਂ ਇਦਾਂ ਦੀ ਕੋਈ ਯਾਤਰਾ ਸ਼ੁਰੂ ਹੁੰਦੀ ਹੈ ਨਾ, ਖਾਸ ਕਰ ਜਦੋਂ ਇਸ ਨੂੰ ਕੋਈ ਪੋਲੀਟੀਕਲ ਲੀਡਰ ਕਰਦਾ ਹੈ, ਜਦੋਂ ਯਾਤਰਾ ਕੋਈ ਕਰਦਾ ਹੈ, ਧਾਰਮਿਕ ਯਾਤਰਾਵਾਂ ਵੀ ਹੁੰਦੀਆਂ ਲੇਕਿਨ ਪੋਲੀਟੀਕਲ ਲੀਡਰ ਜਦੋਂ ਕੋਈ ਸ਼ੁਰੂ ਕਰਦਾ ਹੈ ਤੇ ਖਾਸ ਕਰ ਇਹ ਜਿਹੜੀ ਯਾਤਰਾ ਹੁੰਦੀ ਇਹ ਲੋਕਾਂ ਨਾਲ ਜੁੜਨ ਦੀ ਯਾਤਰਾ ਹੁੰਦੀ ਹੈ। ਲੋਕਾਂ ਦੇ ਵਿੱਚ ਜੁੜਨਾ ਵੀ ਚਾਹੁੰਦੇ ਹੈਗੇ, ਲੋਕਾਂ ਨਾਲ ਜੁੜਨ ਦੀ ਯਾਤਰਾ ਹੁੰਦੀ। ਤੇ ਇਸ ਦੌਰਾਨ ਜੇਕਰ ਕੋਈ ਵੀ ਵਿਅਕਤੀ ਜਾਂ ਕੋਈ ਵੀ ਐਸਾ ਚਾਹੇ ਲੀਡਰ ਉਹ ਹੈ ਜਾਂ ਨਹੀਂ ਹੈ, ਜੇ ਉਹ ਰਾਹੁਲ ਗਾਂਧੀ ਨੂੰ ਮਿਲਣਾ ਚਾਹੁੰਦਾ ਤਾਂ ਮੈਨੂੰ ਨਹੀਂ ਐਸਾ ਲੱਗਦਾ ਕਿ ਰਾਹੁਲ ਗਾਂਧੀ ਨੂੰ ਨਾ ਮਿਲਣ ਦਿੱਤਾ ਜਾਵੇ। ਇਹ ਹੋ ਸਕਦਾ ਹੈ ਕਿ ਰਾਹੁਲ ਗਾਂਧੀ ਦੀ ਜਿਹੜੀ ਸੁਰੱਖਿਆ ਗਾਰਡ ਹੈਗੇ, ਜਿਹੜੇ ਸੁਰੱਖਿਆ ਜਿਹੜੀ ਬਿਲਕੁਲ ਰਾਹੁਲ ਗਾਂਧੀ ਦੀ ਪਰਸਨਲ ਸਿਕਿਉਰਿਟੀ ਹੈਗੀ ਹੈ, ਉਹ ਰਾਹੁਲ ਗਾਂਧੀ ਦੇ ਬਿਲਕੁਲ ਨੇੜੇ ਹੋ ਜਾਵੇ, ਬਿਲਕੁਲ ਨਜ਼ਦੀਕ ਆ ਜਾਵੇ। ਜਿਸ ਬੰਦੇ ਨੇ ਮਿਲਣਾ ਉਹ ਵੀ ਬੇਸ਼ੱਕ ਨੇੜੇ ਆ ਜਾਵੇ, ਕਿਉਂਕਿ ਜਦੋਂ ਸਿਕਿਉਰਿਟੀ, ਕਿਉਂਕਿ ਇਹ ਜਿਹੜੀ ਸਿਕਿਉਰਿਟੀ ਹੁੰਦੀ, ਜਿਹੜੀ ਰਾਹੁਲ ਗਾਂਧੀ ਦੀ ਸਿਕਿਉਰਿਟੀ ਹੈ, ਕੋਈ ਆਮ ਸਿਕਿਉਰਿਟੀ ਗਾਰਡ ਇਹਦੇ 'ਚ ਨਹੀਂ ਹੁੰਦੇ ਕਿ ਜਿਹੜੇ ਕਿਸੇ ਇੱਕ ਵਿਅਕਤੀ ਨੂੰ ਕਾਬੂ ਨਾ ਕਰ ਸਕਣ। ਤੇ ਜੇਕਰ ਕੋਈ ਮਿਲਣਾ ਚਾਹੁੰਦਾ ਹੈ, ਕਿਉਂਕਿ ਯਾਤਰਾ ਦਾ ਮਕਸਦ ਤੇ ਮੇਨ ਲੋਕਾਂ ਦੇ ਵਿੱਚ ਲੋਕਾਂ ਨੂੰ ਮਿਲਣਾ ਹੈ ਨਾ, ਲੋਕਾਂ ਨਾਲ ਵਿਚਰਨਾ ਹੈ। ਤੇ ਜੇ ਉਹ ਮਿਲ ਹੀ ਨਹੀਂ ਕੋਈ ਸਕਦਾ ਤੇ ਯਾਤਰਾ ਦਾ ਮੈਨੂੰ ਲੱਗਦਾ ਨਹੀਂ ਕਿ ਮਤਲਬ, ਕਿਉਂਕਿ ਹਰ ਬੰਦਾ ਚਾਹੁੰਦਾ ਕਿ ਜੇ ਰਾਹੁਲ ਗਾਂਧੀ ਸਾਡੇ ਘਰ ਦੇ ਬਿਲਕੁਲ ਨੇੜਿਓਂ ਨਿਕਲ ਰਹੇ ਨੇ, ਰਾਹੁਲ ਗਾਂਧੀ ਸੜਕ ਤੇ ਬਿਲਕੁਲ ਚੱਲ ਰਹੇ ਨੇ, ਇਸ ਦੇ ਬਾਵਜੂਦ ਜੇ ਅਸੀਂ ਰਾਹੁਲ ਗਾਂਧੀ ਨੂੰ ਨਹੀਂ ਮਿਲ ਸਕਦੇ ਤਾਂ ਦਫ਼ਤਰ ਜਾ ਕੇ ਜਾਂ ਘਰ ਜਾ ਕੇ ਤਾਂ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਨੂੰ ਲੱਗਦਾ ਹੈਗਾ ਇਹ 'ਚ ਰਾਹੁਲ ਗਾਂਧੀ ਨੂੰ ਥੋੜਾ ਜਿਹਾ ਆਪਣਾ ਵਿਚਾਰ ਕਰਨਾ ਚਾਹੀਦਾ ਸੀ, ਕਿਉਂਕਿ ਇੱਕ ਯਾਤਰਾ ਕਰ ਰਹੇ ਲੋਕਾਂ ਨਾਲ ਜੁੜਨ ਵਾਸਤੇ, ਨਾ ਕਿ ਸਿਰਫ ਪੈਦਲ ਯਾਤਰਾ ਕਰੀ ਜਾਣੀ ਹੈਗੀ। ਤੁਸੀਂ ਇੱਧਰੋਂ ਤੁਰ ਕੇ ਉੱਧਰ ਨੂੰ ਚਲੇ ਗਏ ਹੈਗੇ ਜਾਂ ਕੀ ਕਰਕੇ, ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਹਰ 5 ਕਿਲੋਮੀਟਰ ਜਾਂ 10 ਕਿਲੋਮੀਟਰ ਬਾਅਦ 5 ਜਾਂ 10 ਮਿੰਟ ਵਾਸਤੇ ਲੋਕਾਂ ਨੂੰ ਉੱਥੇ ਮਿਲਣਾ ਚਾਹੀਦਾ, ਇੱਕ ਸਪੌਟ ਰੱਖਣਾ ਚਾਹੀਦਾ ਸੀਗਾ ਕਿ ਜਿੱਥੇ ਆ ਕੇ ਲੋਕੀ ਬੈਠਣ, ਉਹਨਾਂ ਨਾਲ ਸਾਰੇ ਜਣੇ ਉੱਥੇ ਬੈਠ ਕੇ ਚੰਗਾ ਜਿਹਾ ਮਾਹੌਲ 'ਚ ਉਹਨਾਂ ਦਾ ਗੱਲਬਾਤ ਕਰਨ। ਨਾ ਕਿ ਦੇਖੋ ਤੁਰਨਾ ਕੋਈ ਠੀਕ ਹੈ, ਵਧੀਆ ਕੰਮ ਕਰ ਰਹੇ, ਬਟ ਇਹ 'ਚ ਜੋ ਖਾਮੀਆਂ ਸਾਨੂੰ ਨਜ਼ਰ ਆ ਰਹੀਆਂ, ਹੁਣ ਲੋਕੀ ਮਿਲਣਾ ਚਾਹੁੰਦੇ, ਆਪਣੇ ਦੱਸਣਾ ਚਾਹੁੰਦੇ, ਦੁੱਖ ਦਰਦ ਉਹਨਾਂ ਨਾਲ ਸ਼ੇਅਰ ਕਰਨਾ ਚਾਹੁੰਦੇ, ਬਟ ਉਹ ਮਿਲ ਹੀ ਨਹੀਂ ਪਾ ਰਹੇ। ਤਾਂ ਉਹਨਾਂ ਨੂੰ ਵੀ ਕੀ ਪਤਾ ਚੱਲੂਗਾ, ਕਿੰਨੇ ਲੋਕਾਂ ਨਾਲ ਯਾਤਰਾ ਕਰਦੇ ਹੋਏ ਮਿਲਣਗੇ। ਸਿਰਫ ਦੂਰੋਂ ਹੱਥ ਹਿਲਾਉਣ ਨਾਲ ਕੰਮ ਨਹੀਂ ਚੱਲੂਗਾ, ਉਹਨਾਂ ਨੂੰ ਗਰਾਊਂਡ ਲੈਵਲ ਤੇ ਲੋਕਾਂ ਨੂੰ ਮਿਲਣਾ ਵੀ ਜ਼ਰੂਰੀ ਹੈ। ਜੇ ਮੈਂ ਕਹਿੰਦਾ 20 ਕਿਲੋਮੀਟਰ ਤਾਂ ਘੱਟ ਤੋਂ ਘੱਟ ਹਰ 5 ਕਿਲੋਮੀਟਰ ਬਾਅਦ ਇੱਕ ਬ੍ਰੇਕ ਲੈਣੀ ਚਾਹੀਦੀ ਹੈ। ਇੰਨੇ ਕੋਈ ਜਲਦੀ ਤਾਂ ਹੈ ਨਹੀਂ। ਜਦ ਆਪਾਂ ਯਾਤਰਾ ਲੋਕਾਂ ਨਾਲ ਜੁੜਨ ਵਾਸਤੇ ਨਿਕਲੇ ਤਾਂ ਮੇਨ ਉੱਥੇ ਰੱਖੋ, ਜਿਨ੍ਹਾਂ ਨੇ ਬੰਦੇ ਮਿਲਣਾ ਚਾਹੁੰਦੇ ਉਹ ਆਉਣ, ਉੱਥੇ ਉਹਨਾਂ ਨਾਲ ਡਿਸਕਸ ਕਰਨ। ਉਹਦੇ ਬਾਅਦ ਫਿਰ ਤੁਸੀਂ 10 ਮਿੰਟ 15 ਮਿੰਟ ਦੀ ਬ੍ਰੇਕ ਲੈ ਕੇ ਫਿਰ ਆਪਣੀ ਯਾਤਰਾ ਕਰੋ, ਫਿਰ 5 ਕਿਲੋਮੀਟਰ ਦਾ ਤਾਂ ਫਿਰ ਇੱਕ ਰੱਖੋ। ਤਾਂ ਲੋਕਾਂ ਨਾਲ ਤੁਸੀਂ ਜੁੜਦੇ ਵੀ ਜਾਓਗੇ, ਲੋਕਾਂ ਨੂੰ ਵੀ ਤੁਹਾਡਾ ਜੋ ਇੱਦਾਂ ਦੀ ਘਟਨਾਵਾਂ ਹੋ ਰਹੀਆਂ ਹੈਗੀਆਂ ਉਹ 'ਚ ਵੀ ਸ਼ਾਇਦ ਘਾਟਾ ਹੋਵੇ। ਕਿਉਂਕਿ ਮੈਂ ਇਹ ਚੀਜ਼ ਮਹਿਸੂਸ ਕੀਤੀ ਹੈ ਕਿ ਜਿਹੜੀ ਪਹਿਲਾਂ ਯਾਤਰਾਵਾਂ ਹੁੰਦੀਆਂ ਰਹੀਆਂ, ਲੀਡਰ ਕਰਦੇ ਰਹੇ ਨੇ, ਕਈ BJP ਦੇ ਲੀਡਰ, ਵੱਡੇ ਲੀਡਰ ਕਰਦੇ ਰਹੇ ਨੇ, ਤੇ ਔਰ ਚੰਦਰ ਸ਼ੇਖਰ ਜਿਹੜੇ ਸਾਬਕਾ PM ਰਹੇ ਨੇ, ਉਹਨਾਂ ਨੇ ਵੀ ਕੀਤੀ ਯਾਤਰਾਵਾਂ, ਔਰ ਇਸ ਤੋਂ ਲੰਬੀਆਂ ਯਾਤਰਾਵਾਂ ਕੀਤੀਆਂ। ਲੇਕਿਨ ਹੁੰਦਾ ਕੀ ਸੀਗਾ ਐਕਚੁਅਲੀ, ਉਹ ਕਿਸੇ ਵਾਹਨ ਤੇ ਸਵਾਰ ਹੁੰਦੇ ਸੀਗੇ ਤੇ ਉਸ ਵਾਹਨ ਦੇ ਓਪਨ ਹੋ ਕੇ ਉੱਪਰੋਂ ਅੱਧੇ ਕਬਾਰ ਹੋ ਕੇ ਉਹ ਲੋਕਾਂ ਨੂੰ, ਔਰ ਬਹੁਤ ਸਾਰੇ ਲੋਕ ਸੀਗੇ ਜਿਹੜੇ ਬਿਲਕੁਲ ਵਾਹਨ ਦੇ ਨੇੜੇ ਆ ਜਾਂਦੇ ਸੀ, ਕੋਈ ਪ੍ਰੋਬਲਮ ਨਹੀਂ ਸੀ, ਉਹ ਉੱਥੋਂ ਹੀ ਹੱਥ ਲਾ ਕੇ ਜਾਂ ਹੱਥ ਮਿਲਾ ਕੇ ਖੜੇ ਹੋ ਕੇ, ਕਿਉਂਕਿ ਰਾਹੁਲ ਗਾਂਧੀ ਪੈਦਲ ਚੱਲ ਰਹੇ ਹੈ ਔਰ ਬਹੁਤ ਨੇੜੇ ਲੋਕਾਂ ਦੇ ਹੋ ਕੇ ਚੱਲ ਰਹੇ ਆ, ਇਸ ਕਰਕੇ ਕਿਉਰਿਓਸਿਟੀ ਜਿਹੜੀ ਹੈ ਮੈਨੂੰ ਲੱਗਦਾ ਵੱਧ ਰਹੀ ਹੈ। ਇਹ 'ਚ ਇੱਕ ਗੱਲ ਹੋਰ ਤੁਹਾਨੂੰ ਐਡ ਕਰਨਾ ਚਾਹੂੰਗਾ, ਜਿਹੜੀ ਪਹਿਲਾਂ ਦੀ ਯਾਤਰਾ ਹੁੰਦੀ ਸੀ ਤਾਂ ਹੁਣ ਵਾਲੀ ਯਾਤਰਾ 'ਚ ਕਿਉਂ ਇੰਨਾ ਫਰਕ ਆ। ਤਾਂ ਕਿਉਂ ਲੋਕੀ ਹਰ ਟਾਈਮ ਕੋਈ ਵੀ ਸੈਲੀਬ੍ਰਿਟੀ ਹੈਗਾ, ਕੋਈ ਵੀ ਪੋਲੀਟੀਕਲ ਲੀਡਰ ਹੈਗਾ, ਉਹਦੇ ਨਾਲ ਜੁੜਨਾ ਕਿਉਂ ਚਾਹੁੰਦੇ ਆ। ਮੈਂ ਤੁਹਾਨੂੰ ਇਹਦਾ ਇੱਕ ਵੱਡਾ ਰੀਜ਼ਨ ਅੱਜ ਸ਼ੇਅਰ ਕਰਨਾ ਚਾਹੂੰਗਾ। ਦੇਖੋ ਅੱਜ ਦਾ ਜਿਹੜਾ ਜ਼ਮਾਨਾ ਹੈਗਾ ਹੁਣ ਹੋ ਗਿਆ ਹੈਗਾ ਟੋਟਲੀ ਮੋਬਾਈਲ, ਸੋਸ਼ਲ ਮੀਡੀਆ। ਹਰ ਬੰਦਾ ਕਿਸੇ ਵੀ ਬੰਦੇ ਨਾਲ ਆਪਣੀ ਸੈਲਫੀ
ਸ਼ੇਅਰ ਕਰਨਾ ਚਾਹੁੰਦਾ ਔਰ ਇੰਨਾ ਜ਼ਿਆਦਾ ਕ੍ਰੇਜ਼ ਹੈਗਾ ਉਹਦੇ ਵਾਸਤੇ ਉਹ ਕੁਝ ਵੀ ਕਰਨ ਨੂੰ ਤਿਆਰ ਹੈ। ਜੀ 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 ਬਿਲਕੁਲ ਇੱਕ ਝਲਕ ਚਾਹੇ ਪੁੱਠੀ ਹੋਵੇ ਜਾਂ ਸਿੱਧੀ ਹੋਵੇ, ਹਾਂਜੀ ਮੇਰੀ ਇੱਕ ਫੋਟੋ ਜੀ ਰਾਹੁਲ ਗਾਂਧੀ ਨਾਲ ਆ ਜਾਏ, ਚਾਹੇ ਪੁਲਿਸ ਉਹਨੂੰ ਧੱਕਾ ਮਾਰ ਰਹੀ ਹੈ, ਮੈਂ ਇੱਕ ਵਾਰ ਨੇਮ ਫੇਮ ਮੈਨੂੰ ਚਾਹੀਦਾ, ਉਹਦੇ ਵਾਸਤੇ ਲੋਕੀ ਕੁਝ ਵੀ ਕਰਨ ਨੂੰ ਤਿਆਰ ਹੈ। ਇਹ ਇੱਕ ਬਹੁਤ ਬੜਾ ਰੀਜ਼ਨ ਹੈਗਾ ਕਿ ਲੋਕੀ ਜਿਹੜੇ ਕੰਮ ਨਹੀਂ ਵੀ ਕਰਨੇ ਹੈਗੇ ਉਹਦੇ ਕਰਕੇ ਜਿਹੜੇ ਆਮ ਜਨਤਾ ਹੈਗੇ ਜਾਂ ਉਹਨਾਂ ਦੀ ਵੀ ਸੁਰੱਖਿਆ ਨੂੰ ਇੱਕ ਖਤਰਾ ਇੱਕ ਸੋਸ਼ਲ ਮੀਡੀਆ ਨੇ ਪੈਦਾ ਕਰਕੇ ਰੱਖਿਆ, ਕਿਉਂਕਿ ਲੋਕੀ ਕ੍ਰੇਜ਼ੀ ਇੰਨੇ ਜ਼ਿਆਦਾ ਹੈਗੇ ਕਿ ਕੋਈ ਵੀ ਕਿਤੇ ਵੀ ਤਰਕੇ ਵਿੱਚੋਂ ਦੀ ਡਿੱਗ ਕੇ ਲੇਟ ਕੇ ਜੋ ਮਰਜ਼ੀ ਅਟਰਮ ਪਟਰਮ ਕਰਕੇ ਉਹ ਰਾਹੁਲ ਗਾਂਧੀ ਨੂੰ ਮਿਲਣਾ ਚਾਹੁੰਦੇ। ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਅੱਜਕੱਲ ਤੁਸੀਂ ਦੇਖਦੇ ਹੋ ਬੜੀ ਅਜੀਬ ਕਿਸਮ ਦੀਆਂ ਵੀਡੀਓ, ਸਿਰਫ ਉਹ ਇਸ ਕਰਕੇ ਕਿ ਮੈਂ ਪਾਪੂਲਰ ਹੋ ਜਾਵਾਂ ਪਾਪੂਲਰ ਹੋਣ ਵਾਸਤੇ। ਔਰ ਇਹਦੇ 'ਚ ਕੋਈ ਦੋ ਰਾਏ ਵੀ ਨਹੀਂ ਹੈ। ਕਈ ਲੋਕ ਸਿਰਫ ਪਾਪੂਲਰ ਹੀ ਇਸੇ ਕਰਕੇ ਹੋਏ ਹੈ ਕਿ ਤੁਸੀਂ ਮਤਲਬ ਬੜੀ ਊਟ ਪਟਾਂਗ ਜੀਆਂ ਹਰਕਤਾਂ, ਪਿੱਛੇ ਇੱਕ ਲੇਡੀ ਸੀਗੀ ਜਿਹੜੀ ਉਹ ਬੜੀ ਊਟ ਪਟਾਂਗ ਜੀਆਂ ਹਰਕਤਾਂ ਕਰਕੇ ਬੜੀ ਪਾਪੂਲਰ ਹੋ ਗਈ ਸੀਗੀ। ਤਾਂ ਲੇਕਿਨ ਇਹ ਚੀਜ਼ਾਂ ਜਿਹੜੀਆਂ ਨਾ ਕਿ ਸੋਸ਼ਲ ਮੀਡੀਆ ਕਰਕੇ, ਜੇਕਰ ਕੋਈ ਐਡੇ ਵੱਡੇ ਲੀਡਰ ਦੇ ਕੋਲ ਜਾਣਾ ਚਾਹੁੰਦਾ ਹੈ ਸਿਰਫ ਇਸ ਕਰਕੇ ਕਿ ਮੈਂ ਸੋਸ਼ਲ ਮੀਡੀਆ 'ਤੇ ਇਹ ਫੋਟੋ ਪਾ ਦੂੰਗਾ, ਤੇ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਹੋ ਸਕਦਾ ਹੈ ਕਿ ਸੁਰੱਖਿਆ ਏਜੰਸੀਆਂ ਸਾਡੇ ਨਾਲੋਂ ਜ਼ਿਆਦਾ ਦੂਰ ਦੀ ਸੋਚਦੀਆਂ ਨੇ। ਹੋ ਸਕਦਾ ਹੈ ਕਿ ਸੁਰੱਖਿਆ ਏਜੰਸੀਆਂ ਨੇ ਸ਼ਾਇਦ ਇਸ ਕਰਕੇ ਹੀ ਰਾਹੁਲ ਗਾਂਧੀ ਨੂੰ ਹੋ ਸਕਦਾ ਕਿ ਰਾਹੁਲ ਗਾਂਧੀ ਇਹ ਚਾਹੁੰਦੇ ਹੋਣ ਕਿ ਹਾਂ ਜਿੱਦਾਂ ਤੁਸੀਂ ਦੱਸਿਆ ਕਿ 5 ਕਿਲੋਮੀਟਰ ਬਾਅਦ ਇੱਕ ਸਪੌਟ ਹੋਵੇ ਜਿੱਥੇ ਰਾਹੁਲ ਗਾਂਧੀ ਬੈਠ ਜਾਣ ਔਰ ਸੁਰੱਖਿਆ ਘੇਰਾ ਉਹਨਾਂ ਨੂੰ ਘੇਰ ਲਵੇ ਔਰ ਲੋਕ ਜਿਹੜੇ ਹੈਗੇ ਉਹ ਰਾਹੁਲ ਗਾਂਧੀ ਨੂੰ ਮਿਲ ਸਕਣ, ਰਾਹੁਲ ਗਾਂਧੀ ਨਾਲ ਗੱਲ ਕਰ ਸਕਣ। ਜਿੱਥੇ ਅਗਰ ਉਹ 5 ਕਿਲੋਮੀਟਰ ਕਿਤੇ ਰੁਕਦੇ ਹੈਗੇ ਆ, ਉੱਥੇ ਇੱਕ ਸਿਕਿਉਰਿਟੀ ਲੇਅਰ ਜਿਹੜਾ ਆਪਾਂ ਕਹਿੰਦੇ ਵੈਪਨ ਡਿਟੈਕਸ਼ਨ ਜਿਹੜਾ ਕਰਦੇ ਹੈਗੇ, ਉਹ ਸਿਕਿਉਰਿਟੀ ਨਾਲ ਹਰ ਇੱਕ ਬੰਦੇ ਨੂੰ ਚੈੱਕ ਕਰਕੇ ਫਿਰ ਅਲਾਉ ਕਰਨ ਕਿ ਬੰਦਾ ਕੋਈ ਵੈਪਨ ਤਾਂ ਨਹੀਂ ਲੈ ਕੇ ਜਾ ਰਿਹਾ, ਕੋਈ ਹਥਿਆਰ ਤਾਂ ਨਹੀਂ ਲੈ ਕੇ ਜਾ ਰਿਹਾ। ਉਹਦੇ ਜੇਨ ਮੀਟਿੰਗ ਕਰਨੀ ਕਰੋ, ਤੁਹਾਨੂੰ ਇਹ ਤਾਂ ਰਹੂਗਾ ਕਿ ਕੋਈ ਇੱਦਾਂ ਦੀ ਹੈ ਕੋਈ ਗਲਤ ਚੀਜ਼ ਤਾਂ ਨਹੀਂ ਲੈ ਕੇ ਗਿਆ। ਜਦ 2-4 ਸਵਾਲ ਕਿਸੇ ਨੇ ਕਰਨੇ ਬੈਠ ਕੇ ਸ਼ਾਂਤੀ ਨਾਲ ਕਰ ਲੈਣ। ਦੇਖੋ ਜਲਦੀ ਤੁਸੀਂ ਇੰਨੀ ਗੱਲਾਂ ਹਰੇਕ ਨਾਲ ਨਹੀਂ ਕਰ ਸਕਦੇ, ਨਾ ਕਿਸੇ ਕੋਲ ਟਾਈਮ ਹੁੰਦਾ, ਨਾ ਤੁਹਾਨੂੰ ਉਹ ਗੱਲਾਂ ਯਾਦ ਰਹਿਣੀ ਹੈ ਕਿ ਤੁਸੀਂ ਇੱਕ ਆਪਣੇ ਰੂਟੀਨ ਵਿੱਚ ਚਲੇ ਜਾ ਰਹੇ ਹੈ। ਕਿ ਬੇਸ਼ੱਕ ਯਾਤਰਾ ਇਹਨਾਂ ਨੇ ਬਹੁਤ ਵਧੀਆ ਕੀਤੀ ਹੈ, ਬਟ ਮੇਰੇ ਹਿਸਾਬ ਨਾਲ ਇਹ ਯਾਤਰਾ ਜੇ ਹੈਗੀ ਪੜਾਵ ਰੁਕ ਕੇ ਕਰਦੇ ਤਾਂ ਇਹਨਾਂ ਦੀ ਯਾਤਰਾ ਇੱਥੋਂ ਦੀ ਬਹੁਤ ਉੱਪਰ ਜਾਣੀ ਸੀ। ਅੱਛਾ, ਇੱਕ ਹੋਰ ਗੱਲ ਸਾਹਮਣੇ ਆਈ ਹੈ। ਰਾਹੁਲ ਗਾਂਧੀ ਨੇ ਕੱਲ੍ਹ ਸਾਡੇ ਜਿਹੜੇ ਸੀਐਮ ਹੈਗੇ ਭਗਵੰਤ ਮਾਨ, ਉਹਨਾਂ ਨੂੰ ਇੱਕ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਪੋਲੀਟੀਕਲ ਦੇ ਮਤਲਬ ਪੋਲੀਟਿਕਸ ਦੇ ਵਿੱਚ ਇੱਦਾਂ ਹੁੰਦਾ ਰਹਿੰਦਾ ਹੈ। ਪੋਲੀਟੀਕਲ ਲੀਡਰ ਨੇ, ਉਹ ਵੱਡੇ ਲੀਡਰ ਨੇ, ਉਹ ਵੀ ਅਤੇ ਅੱਗੇ ਭਗਵੰਤ ਮਾਨ ਵੀ ਕਿਉਂਕਿ ਸੀਐਮ ਨੇ ਹੁਣ ਤਾਂ, ਅਤੇ ਇਸ ਕਰਕੇ ਲੇਕਿਨ ਰਾਹੁਲ ਗਾਂਧੀ ਨੇ ਜਿਹੜਾ ਕਿਹਾ ਕਿ ਵੀ ਤੁਸੀਂ ਦਿੱਲੀ ਤੋਂ ਰਿਮੋਟ ਨਾਲ ਕੰਮ ਨਾ ਕਰੋ, ਕਿ ਵੀ ਕੇਜਰੀਵਾਲ ਦੇ ਇਸ਼ਾਰੇ 'ਤੇ ਕੰਮ ਨਾ ਕਰੋ, ਤੁਸੀਂ ਪੰਜਾਬ ਦੇ ਸੀਐਮ ਹੋ, ਤੁਸੀਂ ਪੰਜਾਬ 'ਚ ਬੈਠ ਕੇ ਪੰਜਾਬ ਦੇ ਸੀਐਮ ਬਣੋ, ਪੰਜਾਬ 'ਚ ਜੋ ਚੀਜ਼ਾਂ ਜ਼ਰੂਰਤ ਹੈਗੀ ਪੰਜਾਬ 'ਚ ਹੀ ਤੁਸੀਂ ਆਪਰੇਟ ਹੋ, ਨਾ ਕਿ ਤੁਸੀਂ ਦਿੱਲੀ ਤੋਂ ਆਪਰੇਟ ਹੋ। ਉਹਨਾਂ ਦਾ ਇਸ਼ਾਰਾ ਜਿਹੜਾ ਹੈਗਾ ਕੇਜਰੀਵਾਲ ਵੱਲ ਸੀਗਾ ਕਿ ਵੀ ਕੇਜਰੀਵਾਲ ਤੁਹਾਨੂੰ ਜਿਹੜਾ ਹੈਗਾ ਆਪਣੇ ਇਸ਼ਾਰਿਆਂ ਦੇ ਵਿੱਚ ਨਚਾ ਰਿਹਾ, ਜਿਸ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਮਤਲਬ ਇਨਸਾਫ ਨਹੀਂ ਕਰ ਪਾ ਰਹੇ, ਜਾਂ ਇਨਸਾਫ ਕਰ ਵੀ ਰਹੇ ਹੋ ਤੇ ਉਹਦੇ ਇਸ਼ਾਰੇ 'ਤੇ ਕਰ ਰਹੇ ਹੋ। ਦੇਖੋ ਜੀ, ਜਿਹੜੀ ਵੀ ਪੋਲੀਟੀਕਲ ਪਾਰਟੀਜ਼ ਹੁੰਦੀ ਆ ਹਮੇਸ਼ਾ ਆਪਣੇ ਓਪੋਨੈਂਟ ਨੂੰ ਘੇਰਨ ਦੀ, ਉਹਨਾਂ ਨੂੰ ਧਰਾਸ਼ਾਹੀ ਕਰਨ ਦੀ ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ। ਔਰ ਜਦੋਂ ਵੀ ਮੌਕਾ ਮਿਲਦਾ ਹੈਗਾ ਉਹ ਗੋਲੀਆਂ ਉਹਨਾਂ ਨੇ ਚਲਾਉਣੀਆਂ ਹੈਗੀ, ਤਾਂ ਜਿਹੜੀ ਲੱਗਦੀ ਹੈਗੀ ਇੱਕ ਗੋਲੀ ਨਾਲ ਉਹ 2 ਨਿਸ਼ਾਨੇ ਉਹਨਾਂ ਨੇ ਮਾਰੇ ਹੈਗੇ। ਇੱਕ ਭਗਵੰਤ ਮਾਨ ਤਾਂ ਜਿਹੜੀ ਪਿੱਛੇ ਗਈ ਉਹ ਸਿੱਧਾ ਕੇਜਰੀਵਾਲ ਨੂੰ ਜਾ ਕੇ ਗੋਲੀ ਉਹਨਾਂ ਦੀ ਲੱਗੀ ਹੈਗੀ ਆ। ਤਾਂ ਉਹਨਾਂ ਦਾ ਦੇਖੋ ਰਾਹੁਲ ਗਾਂਧੀ ਇਸ ਲਈ ਦਿੱਲੀ 'ਚ ਹੈਗੇ ਆ, ਦਿੱਲੀ 'ਚ ਕਾਂਗਰਸ ਦੀ ਸਰਕਾਰ ਨਹੀਂ ਹੈਗੀ, ਆਪ ਦੀ ਸਰਕਾਰ ਆ। ਤਾਂ ਉਹ ਟਾਰਗੇਟ ਜਦੋਂ ਵੀ ਕਰਨਾ ਹੈਗਾ ਤਾਂ ਉਹਨਾਂ ਨੇ ਦਿੱਲੀ ਨੂੰ ਤਾਂ ਘੇਰਨਾ ਹੀ ਘੇਰਨਾ ਹੈਗਾ। ਅਰਵਿੰਦ ਕੇਜਰੀਵਾਲ ਉਹਨਾਂ ਦੇ ਹਰ ਟਾਈਮ ਨਿਸ਼ਾਨੇ 'ਤੇ ਹੀ ਰਹਿੰਦੇ ਆ। ਤਾਂ ਇਸ ਗੱਲ ਦਾ ਜਦੋਂ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ, ਤੁਸੀਂ ਮੰਨੋਗੇ ਭਗਵੰਤ ਮਾਨ ਇੰਨੇ ਜ਼ਿਆਦਾ ਐਕਟਿਵ ਸੀ, ਉਹਨਾਂ ਨੇ ਉਹਦਾ ਇਨਸਟੈਂਟ ਰਿਪਲਾਈ ਦਿੱਤਾ ਹੈਗਾ, ਜਿਹਦਾ ਕਿਸੇ ਨੇ ਹਾਲੇ ਤੱਕ ਐਕਸਪੈਕਟ ਨਹੀਂ ਕੀਤਾ ਸੀ ਕਿ ਸ਼ਾਇਦ 1 ਜਾਂ ਦਿਨ ਜਾਂ 2 ਦਿਨ ਦੇ ਬਾਅਦ ਕੋਈ ਰਿਪਲਾਈ ਹੋਊਗਾ। ਉਹ ਖੜੇ ਪੈਰੀ ਭਗਵੰਤ ਮਾਨ ਦਾ ਰਿਪਲਾਈ ਆ ਗਿਆ ਕਿ ਰਾਹੁਲ ਜੀ ਤੁਸੀਂ ਸਾਡੇ ਪੰਜਾਬ 'ਚ ਇਹ ਗੱਲਾਂ 'ਚ ਨਾ ਆਓ, ਕਿਉਂਕਿ ਜਦੋਂ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਕੋਲ ਗਏ ਸੀ ਤੁਸੀਂ ਉਹਨਾਂ ਨੂੰ ਨਠਾਤਾ ਸੀ, ਤਾਂ ਸੀਐਮ ਨੂੰ ਬਣਾਤਾ, ਤਾਂ ਜਿਹੜਾ ਪੰਜਾਬ ਦੇ ਸੀਐਮ ਜਿਹੜਾ ਬਣਾਇਆ ਉਹ ਲੋਕਾਂ ਨੇ ਮੈਨੂੰ ਬਣਾਇਆ ਹੈਗਾ, ਇਹ 'ਚ ਤੁਹਾਡਾ ਕੋਈ ਰੋਲ ਨਹੀਂ ਆ। ਤਾਂ ਉਹਨਾਂ ਨੇ ਵੀ ਬਹੁਤ ਟੂਕ ਕੇ ਜਵਾਬ ਦਿੱਤੇ ਹੈਗੇ ਕਿ ਤੁਹਾਡੇ ਮੰਤਰੀਆਂ ਨੂੰ ਧੱਕੇ ਪੈਂਦੇ ਹੈਗੇ। ਜੋ ਪੁਆਇੰਟਸ ਚੱਲਦੇ ਸੀ ਉਹਨਾਂ ਨੇ ਸਾਰਾ ਨਿਚੋੜ ਕੱਢ ਕੇ ਆਪਣਾ ਇੱਕ ਟਵੀਟ ਪਾ ਕੇ, ਉਹ ਤਾਂ ਫਿਰ ਭਗਵੰਤ ਮਾਨ ਦੇਖੋ, ਭਗਵੰਤ ਮਾਨ ਤਾਂ ਕਲਾਕਾਰ ਵੀ ਰਹੇ ਨੇ ਔਰ ਭਗਵੰਤ ਮਾਨ ਦੀ ਵੋਕੈਬਲਰੀ ਵੀ ਬੜੀ ਜ਼ਬਰਦਸਤ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਪੰਜਾਬੀ ਦੇ ਵਿੱਚ ਉਹ ਕਮੇਡੀਅਨ ਰਹੇ ਨੇ, ਇਸ ਕਰਕੇ ਉਹਨਾਂ ਦੀ ਵੋਕੈਬਲਰੀ ਬਹੁਤ ਜ਼ਬਰਦਸਤ ਹੈ। ਔਰ ਉਹਨਾਂ ਦੇ ਕਹਿਣ ਦਾ ਢੰਗ ਜਿਹੜਾ ਹੈ ਨਾ ਉਹਦੇ 'ਚ ਇਹ ਹੁੰਦਾ ਕਿ ਇੱਕ ਸਟਾਇਰ ਵੀ ਹੁੰਦਾ ਤੇ ਮੈਸੇਜ ਵੀ ਹੁੰਦਾ। ਤੇ ਉਹਨਾਂ ਨੇ ਜਿਹੜਾ ਕਿਹਾ ਕਿ ਜੀ ਰਾਹੁਲ ਜੀ ਤੁਸੀਂ ਪੰਜਾਬ ਦੇ ਮਾਮਲੇ 'ਚ ਨਾ ਹੀ ਬੋਲੋ ਤੇ ਬਹੁਤ ਵਧੀਆ, ਇਹ ਮਤਲਬ ਇੱਕ ਕਲਾਕਾਰ ਦਾ ਸਟਾਈਲ ਹੈ ਕਿ ਨਾ ਹੀ ਬੋਲੋ ਤਾਂ ਬਹੁਤ ਵਧੀਆ। ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਤਲਬ 2 ਮਿੰਟ ਦੇ ਵਿੱਚ ਸੀਐਮ ਕੁਰਸੀ ਤੋਂ ਹਟਾ ਕੇ ਤੇ ਚੰਨੀ ਨੂੰ ਸੀਐਮ ਬਣਾਤਾ। ਮੈਂ ਉੱਦਾਂ ਸੀਐਮ ਨਹੀਂ ਬਣਿਆ, ਮੈਨੂੰ ਪੰਜਾਬ ਦੀ ਪਬਲਿਕ ਨੇ ਬਣਾਇਆ, ਤੇ ਇਸ ਕਰਕੇ ਮੇਰੇ ਬਾਰੇ ਤੁਸੀਂ ਨਾ ਹੀ ਬੋਲੋ ਤਾਂ ਜ਼ਿਆਦਾ ਬੈਟਰ ਹੈ। ਮਤਲਬ ਸਟਾਈਲ ਹੈ ਉਹਦਾ ਭਗਵੰਤ ਮਾਨ ਦਾ। ਤੇ ਆਪਾਂ ਹੁਣ ਗੱਲ ਕਰੀਏ ਕਿ ਜਿਹੜੀ ਰਾਹੁਲ ਗਾਂਧੀ ਨੇ ਜਦੋਂ ਉਹਨਾਂ ਦੀ ਯਾਤਰਾ ਚੱਲੀ, ਆਪਾਂ ਗੱਲ ਇੱਕ ਵਾਰੀ ਮਤਲਬ ਜਿਹੜੇ ਵੱਡੇ ਲੀਡਰ
ਪੰਜਾਬ ਦੇ ਕਾਂਗਰਸ ਦੇ ਸੀਗੇ ਸਾਂਸਦ ਜਿਹੜੇ ਸੰਤੋਖ ਚੌਧਰੀ, ਜਿਨ੍ਹਾਂ ਦੀ ਬਿਲਕੁਲ ਅਚਾਨਕ ਹਾਰਟ ਅਟੈਕ ਨਾਲ ਮੌਤ ਹੋਈ ਹੈ। ਬੜਾ ਦੁੱਖ ਵਾਲਾ ਸਮਾਚਾਰ ਹੈ ਇਹ। ਅਤੇ ਉਦੋਂ ਬੜੇ ਉਤਸ਼ਾਹ ਦੇ ਨਾਲ, ਹੋ ਸਕਦਾ ਹੈ ਕਿ ਦੇਖੋ ਮੈਨੂੰ ਜੋ ਲੱਗਾ ਇਹ ਕਿ ਰਾਹੁਲ ਗਾਂਧੀ ਔਰ ਚੌਧਰੀ ਸੰਤੋਖ ਸਿੰਘ ਜੀ ਦੀ ਉਮਰ 'ਚ ਕਾਫੀ ਫਰਕ ਸੀਗਾ। ਅਤੇ ਕਿਉਂਕਿ ਰਾਹੁਲ ਗਾਂਧੀ ਬਹੁਤ ਤੇਜ਼ ਚੱਲ ਰਹੇ ਆ। ਇਹ ਤਾਂ ਤੁਸੀਂ ਮੇਰੇ ਨਾਲ ਉਸ ਦਿਨ ਰਿਮਾਂਸ਼ੂ ਕਾਬਾ ਬੈਠੇ ਹੋਏ ਸੀ ਤੁਹਾਡੀ ਜਗ੍ਹਾ 'ਤੇ, ਅਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਰਾਹੁਲ ਗਾਂਧੀ ਜਿਸ ਤਰ੍ਹਾਂ ਦਾ ਚੱਲ ਰਹੇ ਆ ਨਾ, ਅਤੇ ਉਹਨਾਂ ਨਾਲ ਕਦਮ ਮਿਲਾ ਕੇ ਚੱਲਣਾ ਹੀ ਬੜਾ ਔਖਾ ਹੈ। ਅਤੇ ਮੈਨੂੰ ਇਹ ਲੱਗਦਾ ਹੈ ਕਿ ਸੰਤੋਖ ਚੌਧਰੀ ਕਿਉਂਕਿ ਮੇਨ ਲੀਡਰ ਸੀਗੇ ਜਲੰਧਰ ਦੇ, ਔਰ ਜਲੰਧਰ 'ਚ ਐਂਟਰ ਹੀ ਕਰਨ ਲੱਗੇ ਸੀਗੇ, ਇਹ ਜਲੰਧਰ 'ਚ ਹੀ ਕਹਿ ਸਕਦੇ ਹੋ ਤੁਸੀਂ, ਅਤੇ ਸੰਤੋਖ ਚੌਧਰੀ ਜੀ ਨੇ ਉਹਨਾਂ ਨਾਲ ਬਰਾਬਰ ਚੱਲਣ ਦੀ ਕੋਸ਼ਿਸ਼ ਕੀਤੀ ਹੋਊਗੀ, ਮੈਨੂੰ ਇਹ ਲੱਗ ਰਿਹਾ। ਅਤੇ ਜਿਹੜਾ ਇੱਕਦਮ ਉਹਨਾਂ ਨੂੰ ਹਟਾ, ਏਜ ਵੀ 70 ਪਲੱਸ ਸੀਗੀ। ਹਾਂ, ਕਿਉਂਕਿ ਇਹ ਲੱਗਦਾ ਹੈ ਕਿ ਵੀ ਜਦੋਂ ਇੱਕ 50 ਸਾਲ ਦਾ ਲੀਡਰ ਔਰ ਇੱਕ 70 ਸਾਲ ਦਾ ਲੀਡਰ ਜੇ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦੇ, ਜ਼ਾਹਿਰ ਹੈ ਕਿ ਵੀ ਸਰੀਰ ਦੀ ਜਿਹੜੇ ਔਰਗਨਸ ਹੈਗੇ ਆ ਉਹ ਇੰਨਾ ਅਲਾਓ ਨਹੀਂ ਕਰਦੇ। ਔਰ ਦੂਸਰੀ ਗੱਲ ਇਹ ਵੀ ਹੈਗੀ, ਉਸ ਵੇਲੇ ਪੰਜਾਬ 'ਚ ਟੈਂਪਰੇਚਰ ਵੀ 4-5 ਡਿਗਰੀ, ਜਿਹੜਾ ਇਸ ਚੀਜ਼ ਨੂੰ ਹੋਰ ਵਧਾਵਾ ਦਿੰਦਾ ਹਾਰਟ ਅਟੈਕਸ ਨੂੰ ਜੀ, ਕਿਉਂਕਿ ਜੋ ਰਿਪੋਰਟਸ ਆ ਰਹੀਆਂ ਹੈਗੀਆਂ ਕਿ ਜਿਹੜੇ ਹਾਰਟ ਅਟੈਕਸ ਹੈਗੇ ਆ ਉਹ ਸਰਦੀਆਂ ਵਿੱਚ ਜ਼ਿਆਦਾ ਹੁੰਦੇ ਹੈਗੇ ਆ। ਤਾਂ ਇਸ ਕਰਕੇ ਕੇਅਰ, ਕਿਉਂਕਿ ਸਵੇਰੇ ਦਾ ਸਮਾਂ ਸੀਗਾ 6-7 ਵਜੇ ਦਾ, ਤਾਂ ਜਦੋਂ ਇਹ ਵਾਕ ਕਰਨ ਲੱਗੇ ਉਸ ਲਈ ਇੰਨਾ ਕੋਈ ਮੌਸਮ ਗਰਮ ਵੀ ਨਹੀਂ ਸੀਗਾ। ਤਾਂ ਜਦੋਂ ਸਰੀਰ ਤੁਹਾਡਾ ਇੱਕਦਮ ਅਚਾਨਕ ਇਹ ਚੀਜ਼ਾਂ ਐਕਟੀਵਿਟੀ ਕਰਦਾ, ਹੋ ਸਕਦਾ ਉਸ ਚੀਜ਼ ਨੂੰ ਨਾ ਬਰਦਾਸ਼ਤ ਕੀਤਾ ਹੋਵੇ। ਤਾਂ ਕੁਝ ਵੀ ਚਲੋ ਇਹ ਮੰਦਭਾਗੀ ਘਟਨਾ ਸੀਗੀ, ਜਿਹਦੇ ਕਰਕੇ ਫਿਰ ਯਾਤਰਾ ਸਥਗਿਤ ਕਰਨੀ ਪਈ। ਤਾਂ 24 ਘੰਟੇ ਬਾਅਦ ਫਿਰ ਦੁਬਾਰਾ ਯਾਤਰਾ ਸ਼ੁਰੂ ਕੀਤੀ। ਕਿਉਂਕਿ ਚੌਧਰੀ ਪਰਿਵਾਰ ਜਿਹੜਾ ਹੈ ਨਾ, ਚੌਧਰੀ ਪਰਿਵਾਰ ਕਾਂਗਰਸ ਦੇ ਨਾਲ ਜੁੜਿਆ ਹੈ, ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ। ਚੌਧਰੀ ਜਗਜੀਤ ਸਿੰਘ ਪੰਜਾਬ 'ਚ ਮੰਤਰੀ ਰਹੇ ਨੇ, ਸਥਾਨਕ ਸਰਕਾਰਾਂ ਦੇ ਮੰਤਰੀ ਰਹੇ ਨੇ, ਬਹੁਤ ਵੱਡੇ ਲੀਡਰ ਸੀਗੇ ਉਹ। ਚੌਧਰੀ ਜਗਜੀਤ ਸਿੰਘ ਵੀ ਬਹੁਤ ਵੱਡੇ ਲੀਡਰ ਸੀਗੇ, ਅਤੇ ਉਹਨਾਂ ਤੋਂ ਬਾਅਦ ਜੇ ਕਿਹਾ ਜਾ ਸਕੇ ਕਿ ਇੱਕ ਵੱਡਾ ਨਾਮ ਜਿਹੜਾ ਸੀਗਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ। ਇਹ ਘਾਟਾ ਤਾਂ ਜੀ ਪੂਰਾ ਨਹੀਂ ਹੋ ਸਕਦਾ ਹੈਗਾ, ਇਹ ਬਹੁਤ ਬੜਾ ਘਾਟਾ ਜਲੰਧਰ ਨੂੰ ਵੀ ਪਿਆ ਗਿਆ ਹੈਗਾ, ਤਾਂ ਕਾਂਗਰਸ ਨੂੰ ਵੀ ਪਿਆ ਹੈਗਾ। ਤਾਂ ਇਹ ਖਾਤਾ ਪੂਰਾ ਕਰਨਾ ਸੌਖਾ ਨਹੀਂ ਰਹੂਗਾ। ਇਹ ਯਾਤਰਾ ਚਲੋ ਚੰਗੇ ਕੰਮ ਵਾਸਤੇ ਹੋ ਰਹੀ ਸੀ, ਬਟ ਵਿੱਚ ਇੱਕ ਅਨਹੋਣੀ ਹੋ ਗਈ ਹੈ, ਤਾਂ ਇਹਦਾ ਘਾਟਾ ਪੂਰਾ ਕਰਨਾ ਸ਼ਾਇਦ ਰਾਹੁਲ ਗਾਂਧੀ ਨੂੰ ਵੀ ਚੰਗਾ ਨਹੀਂ ਲੱਗਿਆ। ਇਸ ਕਰਕੇ ਉਹਨਾਂ ਨੇ ਉਸ ਦਿਨ ਇਹ ਯਾਤਰਾ ਸਥਗਿਤ ਕਰ ਦਿੱਤੀ ਆਪਣੀ। ਜੀ, ਅੱਛਾ, ਇੱਕ ਹੋਰ ਇਸ ਯਾਤਰਾ ਦੇ ਦੌਰਾਨ ਜਿਹੜੀ ਵੱਡੀ ਗੱਲ ਆਈ ਹੈ ਸਾਹਮਣੇ, ਉਹ ਇਹ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਪਿਤਾ ਹੈਗੇ ਬਲਕੌਰ ਸਿੰਘ, ਉਹ ਵੀ ਰਾਹੁਲ ਗਾਂਧੀ ਨੂੰ ਮਿਲ ਕੇ ਗਿਆ, ਔਰ ਰਾਹੁਲ ਗਾਂਧੀ ਨੇ ਬਕਾਇਦਾ ਉਹਨਾਂ ਨੂੰ ਗਲੇ ਲਾਇਆ। ਈਵਨ ਕਿ ਜਦੋਂ ਜਲੰਧਰ ਦੇ ਵਿੱਚ ਹੀ ਗੱਲ ਹੈ, ਅਤੇ ਰਾਹੁਲ ਗਾਂਧੀ ਦੇ ਜਦੋਂ ਮਿਲਣ ਆਇਆ ਤਾਂ ਰਾਹੁਲ ਗਾਂਧੀ ਨੇ ਬਕਾਇਦਾ ਉਹਨਾਂ ਦੀ ਪੱਗ 'ਤੇ ਜਿਹੜੇ ਫੁੱਲ ਇੱਦਾਂ ਪਾਏ ਸੀ ਲੋਕਾਂ ਨੇ, ਅਤੇ ਉਹ ਫੁੱਲ ਵੀ ਉਹਨਾਂ ਨੇ ਆਪਣੇ ਹੱਥੀਂ ਉਠਾਇਆ ਔਰ ਉਹਨਾਂ ਨੂੰ ਜੱਫੀ ਪਾ ਕੇ ਮਿਲਿਆ ਬਕਾਇਦਾ। ਅਤੇ ਹੋ ਸਕਦਾ ਹੈ ਕਿ ਬਲਕੌਰ ਸਿੰਘ ਜੀ ਨੂੰ ਕੁਝ ਹੌਸਲਾ ਜਿਹੜਾ ਹੈਗਾ, ਕਿਉਂਕਿ ਇੱਕ ਐਡਾ ਸ਼ੀਰਸ਼ ਲੈਵਲ ਦਾ ਲੀਡਰ ਹੈ ਜਿਸ ਨੇ ਮਤਲਬ ਬੜਾ ਨਜ਼ਦੀਕ ਤੋਂ ਉਹਨਾਂ ਨੂੰ ਮਿਲੇ ਹੈ, ਅਤੇ ਉਹ ਇਹ ਮਤਲਬ ਮੈਨੂੰ ਲੱਗਦਾ ਕਿ ਇਸ ਯਾਤਰਾ ਦੇ ਵਿੱਚ ਦੇ ਇਤਿਹਾਸ ਦੇ ਵਿੱਚ ਦਰਜ ਹੋਣ ਵਾਲੀਆਂ ਗੱਲਾਂ ਨੇ, ਜਿਸ ਤਰ੍ਹਾਂ ਇਹ ਹੋ ਗਿਆ। ਹਾਲਾਂਕਿ ਇੱਕ ਦੁੱਖ ਭਰੀ ਗੱਲ ਵੀ ਹੈਗੀ ਜਿਹੜੀ ਇਤਿਹਾਸ 'ਚ ਦਰਜ ਹੋ ਜਾਊਗੀ ਇਸ ਯਾਤਰਾ ਦੀ ਇਤਿਹਾਸ 'ਚ, ਅਤੇ ਉਹ ਬਸ ਇਹ ਵੀ ਇੱਕ ਵੱਡੀ ਗੱਲ ਹੈ। ਅਤੇ ਹੁਣ ਦੇਖੀਏ ਕਿ ਇਹ ਮੂਸੇ ਵਾਲੀ ਗੱਲ 'ਚ ਮੈਂ ਤੁਹਾਡੀ ਇੱਕ ਹੋਰ ਗੱਲ ਸ਼ੇਅਰ ਕਰਨਾ ਚਾਹੂँਗਾ ਕਿ ਰਾਹੁਲ ਗਾਂਧੀ ਨੇ ਆਪਣੇ ਬਿਆਨ 'ਚ ਕਿਹਾ ਕਿ ਜਦੋਂ ਮੈਂ ਮੂਸੇਵਾਲਾ ਦੇ ਫਾਦਰ ਸਾਹਿਬ ਨੂੰ ਮਿਲਿਆ ਹੈਗਾ, ਤਾਂ ਉਹਨਾਂ ਦੀ ਅੱਖਾਂ 'ਚ ਮੈਨੂੰ ਉਹਦੇ ਆਪਣੇ ਮੁੰਡੇ ਵਾਸਤੇ ਪਿਆਰ, ਤਾਂ ਜੋ ਉਹਨਾਂ ਦੀ ਹਿੰਮਤ ਹੈਗੀ ਆ, ਕਹਿੰਦਾ ਮੈਂ ਉਹਦਾ ਬਹੁਤ ਹੌਸਲਾ ਅਫਜ਼ਾਈ ਕਰਦਾ ਕਿ ਉਹਨਾਂ ਨੇ ਇੰਨੀ ਹਿੰਮਤ ਨਾਲ ਹਾਲੇ ਤੱਕ ਸਭ ਕੁਝ ਦੇਖਿਆ ਹੈਗਾ, ਤਾਂ ਆਪਣੀ ਲੜਾਈ ਲੜਦੇ ਪਏ ਹੈਗੇ ਆ। ਤਾਂ ਉਹ ਆਪਣੇ ਪਿਤਾ ਦਾ ਜੋ ਆਪਣੇ ਬੇਟੇ ਲਈ ਪਿਆਰ ਹੈਗਾ, ਉਹ ਉਹਨਾਂ ਦੀ ਅੱਖਾਂ 'ਚ ਕਹਿੰਦਾ ਉਹ ਨਜ਼ਰ ਆਉਂਦਾ ਹੈਗਾ ਮੈਨੂੰ। ਇਹ ਤਾਂ ਚਲੋ ਬਹੁਤ ਅੱਛੀ ਗੱਲ ਹੈ, ਕਿਉਂਕਿ ਉਹ ਕਾਫੀ ਮਾਯੂਸ ਹੈ ਉਹ ਪਰਿਵਾਰ। ਸਭ ਤੋਂ ਵੱਡੀ ਗੱਲ ਪਤਾ ਕੀ ਹੈ, ਬਲਕੌਰ ਸਿੰਘ ਜੀ ਦੀ ਦੇਖੋ ਤੁਸੀਂ, ਉਹਨਾਂ ਦੇ ਹਾਲ ਹੀ ਦੇ ਵਿੱਚ ਸਟੰਟ ਪਿਆ ਹਜੇ। ਹਾਂਜੀ, ਇਸ ਕਰਕੇ ਉਹ ਯਾਤਰਾ ਜ਼ਿਆਦਾ ਚੱਲ ਤਾਂ ਨਹੀਂ ਪਾਏ, ਥੋੜੀ ਦੇਰ ਉਹਨਾਂ ਦੇ ਨਾਲ ਚੱਲੇ ਹੈਗੇ, ਤਾਂ ਗੱਲਬਾਤ ਕੀਤੀ ਹੈਗੀ, ਮਿਲੇ ਹੈਗੇ ਆ। ਤਾਂ ਉਹਨਾਂ ਦੀ ਆਪਣੀ ਤਬੀਅਤ ਠੀਕ ਨਹੀਂ ਸੀ, ਬਟ ਇੱਕ ਮੋਟੀਵੇਸ਼ਨ ਲਈ ਜ਼ਰੂਰ ਆਏ ਹੈਗੇ ਕਿ ਜਿਹੜੀ ਯਾਤਰਾ ਜੁੜੀ ਹੈ, ਜਿਹਦੇ ਨਾਲ ਉਹਨਾਂ ਦਾ ਮੁੰਡਾ ਸਿੱਧੂ ਮੂਸੇਵਾਲਾ ਜੁੜਿਆ ਹੋਇਆ ਸੀਗਾ ਕਾਂਗਰਸ ਨਾਲ, ਤਾਂ ਉਹ ਫਾਦਰ ਦਾ ਵੀ ਹੈਗਾ ਕਿ ਅਟੈਚਮੈਂਟ ਹੋ ਜਾਂਦਾ ਹੈਗਾ ਕਿ ਮੇਰਾ ਬੇਟਾ ਇਸ ਪਾਰਟੀ ਨਾਲ ਜੁੜਿਆ ਸੀ, ਤਾਂ ਮੈਂ ਵੀ ਉਹਦੀ ਕੁਝ ਯਾਦਾਂ ਹੈਗੀਆਂ ਜਿਹੜੀ ਸਾਂਝਾ ਕਰਨਾ ਚਾਹੁੰਦਾ। ਤਾਂ ਇਸ ਕਰਕੇ ਉਹ ਆਪਣੇ ਬੇਟੇ ਕਰਕੇ ਹੀ ਉਸ ਯਾਤਰਾ ਵਿੱਚ ਉੱਥੇ ਆ ਕੇ ਉਹਨਾਂ ਨੇ ਕੁਝ ਸਮਾਂ ਆਪਣਾ, ਚਾਹੇ ਉਹ ਠੀਕ ਸੀਗੇ ਜਾਂ ਨਹੀਂ ਸੀਗੇ ਮੈਡੀਕਲੀ, ਉਹਨਾਂ ਨੇ ਆ ਕੇ ਆਪਣਾ ਹਿੱਸਾ ਯੋਗਦਾਨ ਪਾਇਆ ਹੈਗਾ, ਤਾਂ ਉਹ ਉਹਦੇ ਬਾਅਦ ਚਲੇ ਗਏ। ਇਹ ਲੋਕਾਂ ਨੂੰ ਵੀ ਪਸੰਦ ਆਇਆ, ਤਾਂ ਰਾਹੁਲ ਗਾਂਧੀ ਨੂੰ ਵੀ ਚੰਗਾ ਲੱਗਿਆ। ਇੱਕ ਹੋਰ ਕਿ ਰਾਹੁਲ ਗਾਂਧੀ ਨੇ ਜਦੋਂ ਯਾਤਰਾ ਸ਼ੁਰੂ ਕੀਤੀ ਹੈ ਪੰਜਾਬ ਦੇ ਵਿੱਚ, ਤੇ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਹੈ। ਹਾਲਾਂਕਿ ਦੁਰਗਿਆਨਾ ਮੰਦਿਰ ਉਹ ਨਹੀਂ ਗਏ, ਲੇਕਿਨ ਜਦੋਂ ਜਲੰਧਰ ਆਏ ਤਾਂ ਸ਼੍ਰੀ ਦੇਵੀ ਤਲਾਬ ਮੰਦਿਰ, ਕਿਉਂਕਿ ਇਹ ਉੱਤਰ ਭਾਰਤ ਦਾ ਸ਼ਕਤੀਪੀਠ ਹੈਗਾ ਇੱਕ ਵੱਡਾ,
ਤੇ ਇੱਥੇ ਗਏ ਹੈ ਤੇ ਦੈਨਿਕ ਸਵੇਰਾ ਦੇ ਜਿਹੜੇ ਚੀਫ ਐਡੀਟਰ ਨੇ ਉਹ ਦੇਵੀ ਤਲਾਬ ਸ਼੍ਰੀ ਦੇਵੀ ਤਲਾਬ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਨੇ ਤੇ ਜ਼ਾਹਿਰ ਹੈ ਕਿ ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ। ਔਰ ਮੈਨੂੰ ਨਹੀਂ ਲੱਗਦਾ ਕਿ ਰਾਹੁਲ ਗਾਂਧੀ ਸਿਰਫ ਇਹਨਾਂ ਦੋ ਧਾਰਮਿਕ ਥਾਵਾਂ ਤੋਂ ਇਲਾਵਾ ਕਿਤੇ ਹੋਰ ਗਏ ਹੋਣ। ਨਹੀਂ, ਇਸ ਲਈ ਤਾਂ ਪੰਜਾਬ 'ਚ, ਕਿਉਂਕਿ ਦੇਖੋ ਸਮਾਂ ਵੀ ਇਹਨਾਂ ਦਾ ਉਨਾ ਹੀ ਸੀਗਾ, ਕਿਉਂਕਿ ਹਰੇਕ ਪਾਸੇ ਜੇ ਜਾਣਾ ਹੈਗਾ ਤਾਂ ਸਿਕਿਉਰਿਟੀ ਇੰਨੀ ਰੀਜ਼ਨ ਹੈਗੇ ਆ। ਹੁਣ ਮੈਂ ਤੁਹਾਨੂੰ ਜੇ ਦੱਸਾਂ, ਜੇ ਅੰਮ੍ਰਿਤਸਰ ਹੈਗਾ, ਅੰਮ੍ਰਿਤਸਰ ਬਹੁਤ ਟਾਈਟ ਸ਼ਹਿਰ ਆ, ਤੁਸੀਂ ਉੱਥੇ ਹਰ ਜਗ੍ਹਾ ਤੇ ਇੰਨਾ ਕਰਾਊਡ, ਇੰਨੀ ਸਿਕਿਉਰਿਟੀ ਲੈ ਕੇ ਕਿਤੇ ਘੁੰਮ ਫਿਰ ਨਹੀਂ ਸਕਦੇ ਹੈਗੇ। ਤਾਂ ਗੋਲਡਨ ਟੈਂਪਲ ਤੱਕ ਜਾਣਾ ਵੀ ਇਹਨਾਂ ਵਾਸਤੇ ਕੋਈ ਸੌਖਾ ਨਹੀਂ ਸੀ, ਬਟ ਚਲੋ ਉਧਰ ਜਿੱਦਾਂ ਵੀ ਆ ਗਏ। ਬਟ ਉਹਦੇ ਬਾਅਦ ਜੇ ਉਹ ਕਿ ਦੁਰਗਾਨਾ ਵੀ ਮੰਦਿਰ ਜਾਣਾ ਹੈਗਾ ਤਾਂ ਉੱਥੇ ਦੇ ਸ਼ਹਿਰ ਦੇ ਲੋਕਾਂ ਨੂੰ ਬਹੁਤ ਅਫਰਾ ਤਫਰੀ, ਬਹੁਤ ਤਕਲੀਫ ਹੋਣੀ ਸੀ। ਔਰ ਇੰਨੇ ਰਸਤੇ ਡਾਇਵਰਟ ਬੰਦ ਕਰਨਾ ਲੋਕਾਂ ਨੂੰ ਬਹੁਤ, ਉਸ ਕਰਕੇ ਉਹਨਾਂ ਨੇ ਕਈ ਚੀਜ਼ਾਂ ਸੋਚ ਵਿਚਾਰ ਕੇ ਉਹ ਸਕਿਪ ਕਰਕੇ ਸਿਰਫ ਜਿਹੜੇ ਮੇਨ ਜਿੱਥੇ ਜਿੱਥੇ ਹੈਗਾ ਉੱਥੇ ਉਹਨਾਂ ਨੇ ਆਪਣਾ ਸਮਾਂ ਕੱਢ ਕੇ ਆਪਣੀ ਯਾਤਰਾ ਅੱਗੇ। ਕਿਉਂਕਿ ਸ਼੍ਰੀ ਦੇਵੀ ਤਲਾਬ ਮੰਦਿਰ ਜਿਹੜਾ ਹੈ ਨਾ ਜਲੰਧਰ ਦੇ ਵਿੱਚ, ਇਹ ਤਕਰੀਬਨ ਸ਼ਹਿਰ ਦੇ ਬਾਹਰਲੇ ਪਾਸੇ ਪੈਂਦਾ ਹੈਗਾ। ਜਿਹੜਾ ਬਾਹਰਲਾ ਰੋਡ, ਜਿਹੜਾ ਜੀਟੀ ਰੋਡ ਤੋਂ ਜੇਕਰ ਅੰਦਰ ਆਇਆ ਜਾਵੇ ਤਾਂ ਬਹੁਤ ਜ਼ਿਆਦਾ ਉੱਥੋਂ ਦੂਰ ਨਹੀਂ ਹੈਗਾ। ਉਸ ਪਾਸੇ ਟ੍ਰੈਫਿਕ ਦਾ ਵੀ ਇੰਨਾ ਕੋਈ ਜ਼ਿਆਦਾ ਸਮੱਸਿਆ ਨਹੀਂ ਉਸ ਲਈ, ਕਿਉਂਕਿ ਉਧਰ ਦਾ ਰਸਤਾ ਹੀ ਉਨਾ ਰਹਿੰਦਾ ਜਿਹੜਾ ਸਿਰਫ ਦੇਵੀ ਤਲਾਬ ਮੰਦਿਰ ਵਾਸਤੇ ਜਾਂਦੇ ਹੈਗੇ। ਤਾਂ ਉਸ ਕਰਕੇ ਲੋਕਾਂ ਨੂੰ ਇੰਨੀ ਜ਼ਿਆਦਾ ਪਰੇਸ਼ਾਨੀ ਵੀ ਨਹੀਂ ਹੋਗੀ। ਇਸ ਕਰਕੇ ਉਹਨਾਂ ਨੇ ਉਹ ਵੀ ਥੋੜਾ ਜਿਹਾ ਸੌਖਾ ਲੱਗਿਆ ਹੈਗਾ ਤਾਂ ਹੀ। ਔਰ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ, ਰਾਹੁਲ ਗਾਂਧੀ ਨੇ ਜਿਹੜਾ ਆਪਣਾ ਸਫ਼ਰ ਚੁਣਿਆ ਹੈਗਾ ਉਹ ਇਦਾਂ ਦੇ ਰਸਤੇ ਚੁਣੇ ਜਿੱਥੇ ਟ੍ਰੈਫਿਕ ਥੋੜਾ ਜਿਹਾ ਘੱਟ ਹੋਵੇ। ਇਹ ਨਹੀਂ ਕਿ ਇੱਕਦਮ ਹਾਈਵੇ ਤੇ ਜਾ ਕੇ ਇੱਕਦਮ ਮੇਨ, ਚਲੋ ਗਏ ਵੀ ਹੈਗੇ, ਬਟ ਉਹਨਾਂ ਇਨ ਬਿਟਵੀਨ ਦੇ ਜਿਹੜੇ ਰਸਤੇ ਹੈਗੇ ਉੱਧਰ ਦੇ ਚੂਜ਼ ਕੀਤੇ ਹੈਗੇ ਜਿੱਥੇ ਟ੍ਰੈਫਿਕ ਘੱਟ ਹੋਵੇ ਜਾਂ ਉਸ ਲਈ ਰਸ਼ ਨਾ ਹੋਵੇ, ਉਹ ਚੂਜ਼ ਕਰਕੇ ਉੱਥੇ ਆਪਣੀ ਯਾਤਰਾ ਕੀਤੀ ਹੈਗੀ ਹੈ। ਲੋਕਾਂ ਨੂੰ ਇੰਨੀ ਜ਼ਿਆਦਾ ਤਕਲੀਫ ਨਾ ਹੋ, ਕਿਉਂਕਿ ਦੇਖੋ ਇਨ ਬਿਟਵੀਨ ਉਹਨਾਂ ਨੇ ਜੋ ਵੀ ਛੋਟੇ ਰਸਤੇ ਤੋਂ ਵੱਡੇ ਰਸਤੇ ਤੱਕ ਆਣਾ ਹੈਗਾ ਤਾਂ ਉਹ ਕੁਝ ਸਮੇਂ ਵਾਸਤੇ ਸ਼ਾਇਦ ਲੋਕਾਂ ਨੂੰ ਥੋੜੀ ਬਹੁਤ ਤਕਲੀਫ ਹੋਈ ਹੋਗੀ। ਨਹੀਂ, ਵੈਸੇ ਅਦਰਵਾਈਜ਼ ਲੋਕਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਯਾਤਰਾ ਕਦੋਂ ਆਈ ਹੈ ਤਾਂ ਕਦੋਂ ਨਿਕਲ ਗਈ। ਸਰਵਿਸ ਲੇਨ ਤੇ ਚੱਲ ਰਹੇ, ਵੈਸੇ ਵੀ ਜੀਟੀ ਰੋਡ ਤੇ ਜੋ ਚੱਲ ਰਹੇ ਤਾਂ ਸਰਵਿਸ ਲੇਨ ਤੇ ਚੱਲ ਰਹੇ ਆ। ਹਾਲਾਂਕਿ ਜਦੋਂ ਸਰਵਿਸ ਲੇਨ ਤੇ ਚੱਲਦੇ ਚੱਲਦੇ ਜਦੋਂ ਜੇਕਰ ਕਿਤੇ ਕੋਈ ਪੁਲ ਆਉਂਦਾ, ਕੋਈ ਕੁਛ ਆਉਂਦਾ ਤਾਂ ਉਹਨਾਂ ਦੀ ਸਿਕਿਉਰਿਟੀ ਨੂੰ ਕਾਫੀ ਪਰੇਸ਼ਾਨੀ ਹੁੰਦੀ ਕਿ ਲੋਕ ਪੁਲ ਤੋਂ ਦੇਖਣਾ ਸ਼ੁਰੂ ਕਰ ਦਿੰਦੇ ਤੇ ਸਿਕਿਉਰਿਟੀ ਨੂੰ ਭੱਜ ਕੇ ਕਈ ਸਿਕਿਉਰਿਟੀ ਦਾ ਵੱਡਾ ਹਿੱਸਾ ਜਿਹੜਾ ਹੈਗਾ ਉਹ ਪੁਲ ਤੇ ਵੀ ਚੜ੍ਹਨਾ ਪੈਂਦਾ ਉਹਨਾਂ ਨੂੰ। ਤੇ ਇਸ ਯਾਤਰਾ ਦੀ ਸ਼ੁਰੂਆਤ ਚਲੋ ਬੜੇ ਮਤਲਬ ਪਵਿੱਤਰ ਥਾਵਾਂ ਤੋਂ, ਜਿੱਦਾਂ ਹੁਣ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਇਹ ਰਾਹੁਲ ਗਾਂਧੀ ਨੇ ਸ਼ੁਰੂ ਕੀਤੀ ਸੀਗੀ। ਤੇ ਉਹ ਬਸ ਕੁਛ ਜਿਹੜੀਆਂ ਜਿੱਦਾਂ ਹੁਣ ਇੱਕ ਹੋ ਗਿਆ ਆਹ ਤੇ ਇੱਕ ਸੁਰੱਖਿਆ ਦਾ ਜਿਹੜਾ ਚੌਕ, ਇੱਕ ਚੌਧਰੀ ਸੰਤੋਖ ਸਿੰਘ ਵਾਲੀ ਜਿਹੜੀ ਹੈਗੀ ਹੈ, ਇਹਨਾਂ ਨੂੰ ਛੱਡ ਕੇ ਕੁੱਲ ਮਿਲਾ ਕੇ ਜਿਹੜੀ ਯਾਤਰਾ ਹੈਗੀ ਹਜੇ ਤੱਕ ਬਹੁਤ ਵਧੀਆ। ਔਰ ਖਾਸ ਕਰ ਪੰਜਾਬ ਦੇ ਵਿੱਚ, ਕਿਉਂਕਿ ਬਾਕੀ ਜਿਹੜੀ ਸਟੇਟਸ ਤੋਂ ਨਿਕਲ ਕੇ ਆਈ ਹੈ ਉੱਥੇ ਤਾਂ ਕੋਈ ਇੰਨਾ ਚਰਚਾ ਰਿਹਾ ਵੀ ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਯਾਤਰਾ ਕਿੱਥੋਂ ਦੀ ਕਿੱਥੇ ਨਿਕਲ ਗਈ ਆਈ ਗਈ ਹੈ। ਜਿੰਨਾ ਮਾਹੌਲ ਪੰਜਾਬ 'ਚ ਆ ਕੇ ਗਰਮ ਹੋਇਆ ਹੈਗਾ, ਮੈਨੂੰ ਲੱਗਦਾ ਪੂਰੀ ਯਾਤਰਾ 'ਚ ਕਿਤੇ ਵੀ ਇਹਨਾਂ ਦਾ ਇਦਾਂ ਦਾ ਪੰਜਾਬ ਦੇ ਵਿੱਚ ਜਿੱਦਾਂ ਰਾਜਾ ਵੜਿੰਗ ਨੂੰ ਜਿਹੜਾ ਧੱਕਾ ਵੱਜ ਗਿਆ ਉਹਦੇ ਕਰਕੇ ਹੈਗੇ ਆ। ਤਾਂ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਸਾਡਾ ਦੇਖੋ ਜਿਹੜਾ ਕਾਂਗਰਸ ਦਾ ਪ੍ਰਧਾਨ ਹੈਗਾ ਉਹ ਵੀ ਉੱਥੇ ਸ਼ਾਮਿਲ ਹੋ ਰਿਹਾ। ਔਰ ਉਹਦੇ ਬਾਅਦ ਉਹਨਾਂ ਦਾ ਵੀ ਬਿਆਨ ਆ ਰਿਹਾ, ਕਹਿੰਦੇ ਜੀ ਮੈਂ ਇਸ ਕੈਰੀਅਰ 'ਚ ਜਦੋਂ ਆਇਆ ਕਿ ਮੈਂ ਧੱਕੇ ਖਾ ਕੇ ਆਇਆ ਤਾਂ ਮੈਨੂੰ ਇੱਦਾਂ ਦੇ ਧੱਕੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਜੇ ਤੁਸੀਂ ਕਹਿੰਦੇ ਹੈਗੇ। ਅੱਛਾ, ਮੈਨੂੰ ਆਪ ਨੂੰ ਹੈਰਾਨੀ ਹੋਈ ਜਦੋਂ ਪਤਾ ਲੱਗਾ ਕਿ ਵੀ ਰਾਹੁਲ ਗਾਂਧੀ, ਕਿਉਂਕਿ ਉਹ ਜਿਹੜੀ ਵੀਡੀਓ ਹੈ ਨਾ ਉਹ 'ਚ ਬਿਲਕੁਲ ਕਲੀਅਰਲੀ ਜਿਹੜਾ ਉਹ ਸਿਕਿਉਰਿਟੀ ਪਰਸਨ ਹੈਗਾ ਉਹ ਰਾਜਾ ਵੜਿੰਗ ਨੂੰ ਧੱਕੇ ਮਾਰਦਾ ਪਿਆ, ਜਦ ਕਿ ਜਿੰਨਾ ਵੀ ਮਰਜ਼ੀ ਕੋਈ ਸਿਕਿਉਰਿਟੀ ਪਰਸਨ ਹੋਵੇ, ਇਹ ਨਹੀਂ ਹੋ ਸਕਦਾ ਕਿ ਜਿਹੜਾ ਬੰਦਾ ਬਿਲਕੁਲ ਰਾਹੁਲ ਗਾਂਧੀ ਦੇ ਨਾਲ ਚੱਲ ਰਿਹਾ ਉਹ ਵੱਖਰੀ ਕੱਦ ਕਾਠੀ ਦਾ ਬੰਦਾ ਹੈ। ਇਹ ਵੀ ਨਹੀਂ ਕਿ ਵੀ ਆਮ ਲੋਕਾਂ 'ਚ ਮਿਕਸ, ਇੱਕ ਲੰਬੇ ਚੌੜੇ ਕੱਦ ਦਾ ਬੰਦਾ ਜਿਹੜਾ ਹੈਗਾ। ਔਰ ਈਵਨ ਕਿ ਹੁਣ ਰਾਜਾ ਵੜਿੰਗ ਉਹਨਾਂ ਨੇ ਆਪਣੀ ਜੈਕਟ ਤੇ ਵੜਿੰਗ ਲਿਖਾ ਲਿਆ। ਹਾਂਜੀ ਹਾਂਜੀ, ਇਹ 'ਚ ਮੈਂ ਤੁਹਾਨੂੰ ਇੱਕ ਗੱਲ ਹੋਰ ਸ਼ੇਅਰ ਕਰੂੰਗਾ। ਮੈਂ ਵੀ ਉਹ ਵੀਡੀਓ ਦੇਖੀ ਸੀ, ਮੈਨੂੰ ਲੱਗ ਰਿਹਾ ਕਿ ਜਦੋਂ ਰਾਹੁਲ ਗਾਂਧੀ ਚੱਲ ਰਹੇ ਸੀ ਤਾਂ ਸ਼ਾਇਦ ਰਾਜਾ ਵੜਿੰਗ ਉਹਨਾਂ ਦੇ ਸਾਹਮਣੇ ਆ ਗਏ। ਤਾਂ ਉਹ ਜਿਹੜੀ ਯਾਤਰਾ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਸੀ ਕਿ ਰਾਹੁਲ ਗਾਂਧੀ ਦੀ ਜਿਹੜੀ ਪੈਦਲ ਯਾਤਰਾ ਬਹੁਤ ਤੇਜ਼ ਕਰਦੇ ਆ, ਜੀ ਬਹੁਤ ਤੇਜ਼ ਹੋ ਸਕਦਾ ਕਿ ਜਦੋਂ ਰਾਜਾ ਵੜਿੰਗ ਅੱਗੇ ਆਏ ਤਾਂ ਉਹ ਯਾਤਰਾ ਉਹਨਾਂ ਦੀ ਰੁਕ ਸਕਦੀ ਸੀ ਜਾਂ ਉਹਨਾਂ ਨਾਲ ਟੱਕਰ ਹੋ ਸਕਦੀ। ਇਸ ਕਰਕੇ ਉਹਨਾਂ ਨੂੰ ਸਾਈਡ ਕੀਤਾ ਗਿਆ ਕਿ ਜਦੋਂ ਜਿਸ ਸਪੀਡ ਨਾਲ ਚੱਲ ਰਹੇ ਉਹ ਸਪੀਡ ਰੁਕੇ ਨਾ। ਓਕੇ, ਅੱਛਾ ਦੇਖੋ ਇੱਕ ਹੋਰ ਚੀਜ਼ ਦੇਖੀ ਕਿ ਤੁਸੀਂ ਦੇਖਿਆ ਕਿ ਪਿਛਲੇ ਕੱਲ੍ਹ ਜਿਹੜੇ ਹੈਗੇ ਆ ਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਪਤਨੀ ਹੈਗੀ ਨਵਜੋਤ ਕੌਰ ਤੇ ਰਾਜਾ ਵੜਿੰਗ ਦੀ ਜਿਹੜੀ ਅੰਮ੍ਰਿਤਾ ਵੜਿੰਗ ਹੈਗੇ ਆ, ਉਹ ਵੀ ਮਤਲਬ ਰਾਹੁਲ ਗਾਂਧੀ ਦੇ ਬਰਾਬਰ ਹੀ ਤਕਰੀਬਨ ਤੁਰੇ ਆ, ਦੋਨੋਂ ਕਾਫੀ ਦੂਰ ਤੱਕ ਤੁਰੇ। ਹਾਂਜੀ, ਇਹ ਦੇਖੋ ਪਰਿਵਾਰ ਦਾ ਇੱਕ ਜਿਹੜਾ ਮਾਹੌਲ ਹੁੰਦਾ ਹੈਗਾ ਉਹ ਕ੍ਰੀਏਟ ਕੀਤਾ ਹੈਗਾ। ਇਹ ਨਹੀਂ ਕਿ ਇਕੱਲੇ ਸਿਰਫ ਆਦਮੀ ਹੈਗੇ ਜਿਹੜੇ ਉਹੀ ਇਹਨਾਂ ਨਾਲ ਜੁੜੇ ਹੈਗੇ, ਫੈਮਿਲੀ ਵੀ ਜੁੜੇ, ਬੱਚੇ ਵੀ ਜੁੜੇ ਹੋਏ ਆ। ਹਰੇਕ ਨੂੰ ਇੱਕ ਸ਼ੌਕ ਹੈਗਾ ਅਸੀਂ ਰਾਹੁਲ ਗਾਂਧੀ ਨਾਲ ਜੁੜਨਾ ਹੈਗਾ, ਚੱਲਣਾ ਹੈਗਾ, ਤਾਂ ਉਹ ਸਾਰੇ ਫੈਮਿਲੀ ਮੈਂਬਰ ਉਹਨਾਂ ਨਾਲ ਆ ਕੇ ਰਾਸਤੇ ਜੁੜ ਰਹੇ ਹੈਗੇ ਤਾਂ ਯਾਤਰਾ ਵੀ ਕਰ ਰਹੇ ਆ। ਲੋਕਾਂ ਨੂੰ ਵੀ ਨਵਜੋਤ ਸਿੰਘ ਸਿੱਧੂ ਦੇ ਬੇਟੇ ਵੀ ਮਤਲਬ ਰਾਹੁਲ ਗਾਂਧੀ ਦੇ ਨਾਲ ਬੇਟਾ ਬੇਟੀ ਕਾਫੀ ਚੱਲੇ। ਮੈਂ ਕਹਿੰਦਾ ਜੇ ਇਸ ਲਈ ਸ਼ਾਇਦ ਸਿੱਧੂ ਥੋੜਾ ਪਹਿਲਾਂ ਹੋ ਜਾਂਦੇ ਤਾਂ ਸ਼ਾਇਦ ਉਹ ਵੀ ਇਹ ਯਾਤਰਾ 'ਚ ਪੂਰੀ ਇਹਨਾਂ ਦੇ ਨਾਲ ਉਹਨਾਂ ਨੇ ਚੱਲਣਾ ਸੀਗਾ। ਤਾਂ ਇਸ ਲਈ ਲੋਕੀ ਸਿੱਧੂ ਨੂੰ ਵੀ ਕਾਫੀ ਮਿਸ ਕਰ ਰਹੇ ਹੈਗੇ। ਤਾਂ ਉਮੀਦ ਕਰ ਰਹੇ ਹਾਂ ਕਿ ਸ਼ਾਇਦ 26 ਜਨਵਰੀ ਤੱਕ ਸ਼ਾਇਦ ਸਿੱਧੂ ਨੂੰ ਰਿਹਾਈ ਸ਼ਾਇਦ ਮਿਲ ਸਕਦੀ ਹੈ।
ਜਿੱਦਾਂ ਦੀ ਖਬਰਾਂ ਆ ਰਹੀਆਂ ਹੈਗੀਆਂ। ਬਿਲਕੁਲ ਬਿਲਕੁਲ, ਸਿੱਧੂ ਤਾਂ ਬਹੁਤ ਪ੍ਰੋਮੀਨੈਂਟ ਹੋਣੇ ਸੀ ਜੇ ਇਸ ਯਾਤਰਾ ਦੇ ਦੌਰਾਨ ਉਹ ਬਾਹਰ ਹੁੰਦੇ ਤਾਂ ਬਹੁਤ ਪ੍ਰੋਮੀਨੈਂਟ, ਮਤਲਬ ਉਹ ਵੀ ਜੇ ਕਹਿ ਸਕਦੇ ਕਿ ਇੱਕ ਪਾਸੇ ਜੇ ਰਾਜਾ ਵੜਿੰਗ ਚੱਲ ਰਹੇ ਤੇ ਦੂਜੇ ਪਾਸੇ ਉਹ ਸਿੱਧੂ ਚੱਲ ਰਹੇ ਹੋਣੇ ਸੀ। ਜ਼ਰੂਰ ਜੀ, ਪੂਰੀ ਯਾਤਰਾ ਉਹਨਾਂ ਨੇ ਇਹਨਾਂ ਨਾਲ ਇਕੱਠੇ ਇਹਨਾਂ ਨੂੰ ਛੱਡਣਾ ਨਹੀਂ ਸੀ ਕਿਤੇ ਵੀ। ਅੱਛਾ, ਜਿਹੜੇ ਯੰਗ ਯੂਥ ਹੈਗਾ ਨਾ, ਯੂਥ ਦੇ ਵਿੱਚ ਬੜਾ ਕਰੇਜ਼ ਹੈ ਉਹਦਾ। ਇੱਦਾਂ ਨਵਜੋਤ ਸਿੰਘ ਸਿੱਧੂ ਦੇ ਬੇਟੇ ਬਿਲਕੁਲ ਪੋਲੀਟਿਕਸ 'ਚ ਕੋਈ ਉਹਨਾਂ ਦਾ ਇੰਟਰਸਟ ਨਹੀਂ ਹੈਗਾ, ਤੇ ਉਹ ਲੇਕਿਨ ਉਹ ਵੀ ਮਿਲ ਕੇ ਗਏ ਆ। ਔਰ ਇੱਧਰ ਬਾਬਾ ਹੈਨਰੀ ਦਾ ਬੇਟਾ ਤੁਸੀਂ ਦੇਖਿਆ ਹੋਣਾ, ਇਹ ਛੋਟਾ ਜਿਹਾ ਹੀ ਹੈ ਉਹ, ਬਾਬਾ ਹੈਨਰੀ ਜੀ ਦਾ ਪੋਤਾ, ਉਹ ਉਹਨਾਂ ਨੂੰ ਮਿਲ ਕੇ ਗਿਆ। ਇਹ ਰਾਹੁਲ ਗਾਂਧੀ ਯੂਥ ਦੇ ਆਈਕਨ ਤੇ ਹੈਗੇ ਹੀ ਨੇ। ਨਹੀਂ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਰਾਹੁਲ ਗਾਂਧੀ ਦੀ ਜਿਹੜੀ ਪੋਪੂਲੈਰਿਟੀ ਹੈਗੀ, ਬੇਸ਼ੱਕ ਬੀਜੇਪੀ ਨੇ ਜੋ ਇਹਨਾਂ ਦੀ ਇਮੇਜ ਕ੍ਰੀਏਟ ਕੀਤੀ ਹੈ ਕਿ ਇਹਨਾਂ ਨੂੰ ਕੋਈ ਪਸੰਦ ਨਹੀਂ ਕਰ ਰਿਹਾ, ਬਟ ਤੁਸੀਂ ਜੇ ਗਰਾਊਂਡ ਲੈਵਲ ਤੇ ਆਉਂਦੇ ਤਾਂ ਇਹਨਾਂ ਦੀ ਪੋਪੂਲੈਰਿਟੀ ਦੇ ਸਾਹਮਣੇ ਬਾਕੀ ਕਿਸੇ ਦੀ ਪੋਪੂਲੈਰਿਟੀ ਖੜੀ ਨਹੀਂ ਹੁੰਦੀ ਹੈ। ਜਿੱਥੇ ਵੀ ਖੜੇ ਹੋਣਗੇ ਉੱਥੇ ਲੱਖ ਬੰਦਾ ਆ ਕੇ ਖੜਾ ਹੋ ਜਾਂਦਾ, ਉਹਨਾਂ ਨੂੰ ਮਿਲਣਾ ਚਾਹੁੰਦਾ, ਉਹਨਾਂ ਨਾਲ ਫੋਟੋਆਂ ਖਿਚਾਉਣਾ ਚਾਹੁੰਦਾ, ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ। ਬੇਸ਼ੱਕ ਉਹ ਦੇਖੋ, ਰਾਹੁਲ ਗਾਂਧੀ ਹਰੇਕ ਦੀ ਸਮੱਸਿਆ ਦੂਰ ਨਹੀਂ ਕਰ ਰਹੇ, ਬਟ ਹਰ ਬੰਦਾ ਆਪਣੀ ਦਿਲ ਦੀ ਗੱਲ ਉਹਨਾਂ ਨਾਲ ਕਰਨਾ ਚਾਹੁੰਦਾ। ਉਹਨੂੰ ਲੱਗਦਾ ਕਿ ਸ਼ਾਇਦ ਹੋ ਜਾਊਗੀ ਸਾਡੀ ਗੱਲ ਕਿਸੇ ਦਿਨ। ਉਹ ਇੱਕ ਵਾਰ ਮਿਲ ਕੇ ਆਪਣੀ ਦਿਲ ਦੀ ਗੱਲ ਦੱਸਣ ਵਾਸਤੇ ਰਾਹੁਲ ਗਾਂਧੀ ਜੀ ਨੂੰ ਮਿਲਣਾ ਚਾਹੁੰਦੇ ਆ। ਠੀਕ ਹੈ ਤੇਜਿੰਦਰ ਜੀ, ਅੱਜ ਦਾ ਮੁੱਦਾ ਅਸੀਂ ਜਿਹੜਾ ਹੈਗਾ ਇੱਥੇ ਸਮਾਪਤ ਕਰਦੇ ਹਾਂ। ਰਾਹੁਲ ਗਾਂਧੀ ਦੀ ਯਾਤਰਾ ਹਜੇ ਵੀ ਪੰਜਾਬ 'ਚ ਹੀ ਹੈ, ਤੇ ਅਗਲੇ 2-3 ਦਿਨਾਂ ਦੇ ਵਿੱਚ ਕੀ ਮਾਹੌਲ ਯਾਤਰਾ 'ਚ ਰਹਿੰਦਾ ਹੈ, ਕੀ ਇਸ ਤਰ੍ਹਾਂ ਦੀ ਕੋਈ ਹੋਰ ਘਟਨਾ ਹੁੰਦੀ ਹੈ ਜਾਂ ਨਹੀਂ ਹੁੰਦੀ, ਕਿਉਂਕਿ ਵਿੱਚ ਹਿਮਾਚਲ ਵੀ ਆ ਜਾਣਾ ਹੈ। ਹਾਂ, ਕੱਲ ਹਿਮਾਚਲ ਦੀ ਯਾਤਰਾ, ਫਿਰ ਉਸ ਤੋਂ ਬਾਅਦ ਫਿਰ ਪਠਾਨਕੋਟ ਦੇ, ਕਿਉਂਕਿ ਪਠਾਨਕੋਟ ਤੋਂ ਹੀ ਜੰਮੂ ਕਸ਼ਮੀਰ ਦੇ ਵਿੱਚ ਇਹ ਯਾਤਰਾ ਪ੍ਰਵੇਸ਼ ਕਰਨੀ ਹੈ। ਤੇ ਅੱਜ ਦੇ ਇਸ ਮੁੱਦੇ ਨੂੰ ਅਸੀਂ ਇੱਥੇ ਵਿਰਾਮ ਦਿੰਦੇ ਹਾਂ, ਤੇ ਅਗਲਾ ਮੁੱਦਾ ਅਜਿਹੇ ਹੀ ਕਿਸੇ ਕਰੰਟ ਇਸ਼ੂ ਤੇ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਹੁਣ ਇਜਾਜ਼ਤ ਦਿਓ, ਧੰਨਵਾਦ।